ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ रूप रंग अर रेख पेख को कह न सकत केहे अचल मूरत अनभव प्रकाश अमितोज कहिजै कोट इंद्र इंद्राण साहे सहान गणिजै त्रिभुवन महीप सुर नर असुर नेत नेत बन तृण कहत तवै सर्वनाम कथै कवन कर्म नाम वर्णत सुमत तवै सर्वनाम कथै कवन कर्म नाम वर्णत सुमत तू ठाकुरो बैरागरो मैं जेही घण चेरी राम तू सागरो रत्नागरो हो सार न जाना तेरी राम सार न जाना तू वडदाना कर मेहरमत साई कृपा कीजै सामत दीजै आठ पहर तुद ध्याई गर्भ न कीजै रेण होविजै तागत जीरे तेरी सब ऊपर नानक का ठाकुर मैं जेही कण चेरी राम हम अवगुण भरे एक गुण नाही अमृत छाड़ बिखै बिख माया मोह भूले सुत धारा स्यों एक उत्तम पंथ सुनियो गुर संगत ते मिलंत जम त्रास मिटाई एक अरदास पाठ कीरत की गुर रामदास राखो शरनाई सुख टल गुर सेवियै अहनिस सहज दर्शन परसे गुरु के जन्म मरण दुख जाए होवै सिफत खसंबदी दूर अरसां कुरसां चटिया तुद डिठे सच्चे पातशाह मल जन्म जन्म दी सजण सच्चा पातशाह सिर सांदै जिस पास बैठिया सोहीए सबना दा विसाओ सतनाम वाहिगुरु साहिब जी राम कली महला पहला खट मट देही मन बैरागे सुरत शब्द धुन अंतर जागे वाजै अनहद मेरा मन लीना गुरबचनी सच नाम पतीना
ਖਟ ਮਟ ਦੇਹੀ ਮਨ ਬੈਰਾਗੀ। ਸੁਰਤ ਸ਼ਬਦ ਧੁਨ ਅੰਤਰ ਜਾਗੇ। ਵਾਜੈ ਅਨਹਦ ਮੇਰਾ ਮਨ ਲੀਣਾ। ਗੁਰਬਚਨੀ ਸਚ ਨਾਮ ਪਤੀਣਾ। ਪ੍ਰਾਣੀ RAM ਭਗਤ ਸੁਖ ਪਾਈਐ। ਗੁਰਮੁਖ ਹਰ ਹਰ ਮੀਠਾ ਲਾਗੈ। ਹਰ ਹਰ ਨਾਮ ਸਮਾਈਐ। ਰਹਾਉ ਮਾਇਆ ਮੋਹ ਬਵਿਰਜ ਸਮਾਏ। ਸਤਿਗੁਰ ਭੇਟੈ ਮੇਲ ਮਿਲਾਏ। ਨਾਮ ਰਤਨ ਨਿਰਮੋਲਕ ਹੀਰਾ। ਤਿਤ ਰਾਤਾ ਮੇਰਾ ਮਨ ਧੀਰਾ। ਹਉਮੈ ਮਮਤਾ ਰੋਗ ਨ ਲਾਗੈ। RAM ਭਗਤ ਜਮ ਕਾ ਪਉ ਭਾਗੈ। ਜਮ ਜੰਦਾਰ ਨ ਲਾਗੈ ਮੋਹੇ। ਨਿਰਮਲ ਨਾਮ ਹਿਰਦੈ ਹਰਿ ਸੋਹੇ। ਸ਼ਬਦ ਵਿਚਾਰ ਭਏ ਨਿਰੰਕਾਰੀ। ਗੁਰਮਤਿ ਜਾਗੇ ਦੁਰਮਤਿ ਪਰਹਾਰੇ। ਅਨ ਦਿਨ ਜਾਗ ਰਹੇ ਲਿਵ ਲਾਏ। ਜੀਵਨ ਮੁਕਤ ਗਤ ਅੰਤਰ ਪਾਏ। ਅਲਿਪਤ ਗੁਫਾ ਮੈਂ ਰਹਿ ਨਿਰਾਰੇ। ਤਸਕਰ ਪੰਚ ਸ਼ਬਦ ਸੰਘਾਰੇ। ਪਰ ਘਰ ਜਾਏ ਨ ਮਨ ਡੁਲਾਏ। ਸਹਿਜ ਨਿਰੰਤਰ ਰਹੋ ਸਮਾਏ। ਗੁਰਮੁਖ ਜਾ ਰਹੇ ਅਤੂਤਾ। ਸਦ ਬੈਰਾਗੇ ਤਤ ਪਰੋਤਾ। ਜਗ ਸੂਤਾ ਮਾਰ ਆਵੈ ਜਾਏ। ਬਿਨ ਗੁਰ ਸ਼ਬਦ ਨਾ ਸੋਝੀ ਪਾਏ। ਅਨਹਦ ਸ਼ਬਦ ਵਜੈ ਦਿਨ ਰਾਤੀ। ਅਵਗਤ ਕੀ ਗਤ ਗੁਰਮੁਖ ਜਾਤੇ। ਤੋ ਜਾਨੀ ਜਾਂ ਸ਼ਬਦ ਪਛਾਨੀ। ਏਕੋ ਰਵ ਰਹਿਆ ਨਿਰਬਾਨੀ। ਸੁਨ ਸਮਾਦ ਸਹਿਜ ਮਨ ਰਾਤਾ। ਤਜ ਹੋ ਲੋਭਾ ਏਕੋ ਜਾਤਾ। ਗੁਰ ਚੇਲੇ ਆਪਣਾ ਮਨ ਮਾਨਿਆ। ਨਾਨਕ ਦੂਜਾ ਮੇਟ ਸਮਾਨਿਆ। ਸੁਨ ਸਮਾਦ ਸਹਿਜ ਮਨ ਰਾਤਾ। ਤਜ ਹੋ ਲੋਭਾ ਏਕੋ ਜਾਤਾ। ਗੁਰ ਚੇਲੇ ਆਪਣਾ ਮਨ ਮਾਨਿਆ। ਨਾਨਕ ਦੂਜਾ ਮੇਟ ਸਮਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਮਾਏ। ਐਸੇ ਬੈਰਾਗ ਸਰੂਪ ਸਾਰੀ ਦੁਨੀਆ ਨੂੰ ਇੱਕ ਅਕਾਲ ਪੁਰਖ ਦਾ ਸਨੇਹਾ ਦੇਣ ਵਾਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅਤੇ 10 ਪਾਤਸ਼ਾਹੀਆਂ ਦਾ ਸਰੂਪ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ। ਸਾਡੇ ਮਨਾਂ ਵਿੱਚ ਕੁਛ ਘੁੰਮਦਾ ਰਹਿੰਦਾ ਹੈ ਹਰ ਵੇਲੇ ਹੀ। ਭਾਵੇਂ ਕੋਈ ਜਿਗਿਆਸੂ ਹੈ ਤੇ ਭਾਵੇਂ ਕੋਈ ਇਸ ਮਾਰਗ ਦਾ ਪਾਂਧੀ ਹੈ,
ਉਹਦੇ ਮਨ ਵਿੱਚ ਵੀ ਦੁਬਿਧਾ ਰਹਿੰਦੀ ਹੈ ਵੀ ਗੁਰੂ ਨਾਨਕ ਮਹਾਰਾਜ ਵੱਖਰੇ, ਗੁਰੂ ਤੇਗ ਬਹਾਦਰ ਮਹਾਰਾਜ ਵੱਖਰੇ, ਗੁਰੂ ਗੋਬਿੰਦ ਸਿੰਘ ਜੀ ਹੋਰ, ਗੁਰੂ ਗ੍ਰੰਥ ਸਾਹਿਬ ਹੋਰ ਨਹੀਂ। ਜਦੋਂ ਇਹ ਦੁਬਿਧਾ ਖਤਮ ਹੋ ਗਈ ਨਾ, ਉਦੋਂ ਕਵਾਂਗੇ ਇਸ ਮਾਰਗ ਤੇ ਚੱਲਣ ਵਾਲੇ ਪੰਥੀ ਬਣ ਜਾਵਾਂਗੇ। ਅਜੇ ਤਾਂ ਰੁਕੇ ਹੋਏ ਆ, ਇਹਨੂੰ ਕਹਿ ਲਓ ਫੁੱਲ ਸਟਾਪ ਉੱਥੇ ਲੱਗਿਆ ਹੋਇਆ ਹੈ। ਐ ਮਨਾ ਅੱਗੇ ਤੁਰ। ਇਹ ਸਾਰੀ ਬਾਣੀ ਇੱਕ ਅਕਾਲ ਪੁਰਖ ਦੀ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਰੱਬ ਹੈ, ਉਹੀ ਰੱਬ 10 ਸਰੀਰ ਧਾਰ ਕੇ ਆਏ। ਰੱਬ ਨੇ ਕਈ ਸਰੀਰ ਧਾਰਨ ਕੀਤੇ, ਹੁਣ ਧਾਰਨ ਵੀ ਨਹੀਂ ਕਰਦਾ ਉਹ ਤਾਂ, ਜੇ ਕਹਿ ਲੋ ਉਹ ਤਾਂ ਜੰਮਦਾ ਮਰਦਾ ਹੀ ਨਹੀਂ। ਫਿਰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਾਸਿਓ ਤਤ ਮਿਲਾਇਓ। ਅਕਾਲ ਪੁਰਖ ਨੇ ਆਪਣੀ ਜੋਤ, ਆਪਣਾ ਸੰਪੂਰਨ ਗਿਆਨ ਜਿਸ ਸਰੀਰ ਵਿੱਚ ਟਿਕਾਇਆ, ਉਹ ਸਰੀਰ ਦਾ ਨਾਮ ਸੀ ਗੁਰੂ ਨਾਨਕ। ਫਿਰ ਉਹੀ ਗਿਆਨ ਅਗਲੇ ਸਰੀਰ ਵਿੱਚ ਆਇਆ ਗੁਰੂ ਅੰਗਦ ਦੇਵ ਮਹਾਰਾਜ। ਉਹੀ 10 ਜਾਮੇ ਪਾਰ ਕਰਦਾ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ ਆ ਕੇ ਸਮਾ ਗਿਆ। ਇਹ ਇੱਕ ਹਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਕਾਲ ਪੁਰਖ। ਅਸੀਂ ਇਹਨਾਂ ਦੀ ਸ਼ਰਨ ਵਿੱਚ ਬੈਠੇ ਹਾਂ ਖਾਲਸਾ ਜੀਓ। ਅੱਜ ਦਾ ਜਿਹੜਾ ਪਾਵਨ ਮੁੱਖ ਵਾਕ ਗੁਰੂ ਨਾਨਕ ਪਾਤਸ਼ਾਹ ਜੀ, ਉਹਨਾਂ ਦੇ ਕੋਲ ਕੋਈ ਜੋਗੀ ਆ ਗਿਆ, ਕਹਿਣ ਲੱਗਾ ਜੀ ਸਮਾਧੀ ਲਗਾਉਂਦੇ ਹੋ, ਕਿਸੇ ਮੱਠ ਵਿੱਚ ਬੈਠਦੇ ਹੋ? ਮਹਾਰਾਜ ਕਹਿੰਦੇ ਨਹੀਂ ਭਾਈ, ਕੁਛ ਨਹੀਂ ਕਰਦੇ। ਕਹਿਣ ਲੱਗੇ ਤੁਸੀਂ ਤਾਂ ਬੜੇ ਵੱਡੇ ਤਪੀ ਮੰਨੇ ਜਾਂਦੇ ਹੋ, ਵੀ ਨਾਨਕ ਤਪਾ ਜੀ ਬੜੇ ਮਸ਼ਹੂਰ ਸਨ ਉਦੋਂ, ਤੁਹਾਡੇ ਕੋਲ ਕੁਝ ਵੀ ਨਹੀਂ, ਨਾ ਕੋਈ ਮੱਠ, ਨਾ ਕੋਈ ਯੋਗ ਸਾਧਨਾ, ਨਾ ਕੋਈ ਧੁਨ, ਨਾ ਕੋਈ ਅਨਹਦ ਲਿਵ, ਕੁਝ ਵੀ ਨਹੀਂ। ਪਾਤਸ਼ਾਹ ਕਹਿੰਦੇ ਨਹੀਂ, ਤੁਹਾਡੇ ਜਿਹੜੇ ਤਰੀਕੇ ਹਨ ਸਾਡੇ ਕੋਲ ਉਹ ਨਹੀਂ। ਰੱਬ ਨੇ ਜੋ ਸਾਨੂੰ ਬਖਸ਼ਿਸ਼ ਕੀਤਾ ਹੈ ਉਹ ਆਪੇ ਕਰਾਈ ਜਾ ਰਿਹਾ ਹੈ। ਇੱਕ ਯੁਕਤੀ ਹੁੰਦੀ, ਮੈਂ ਕਰ ਰਿਹਾ ਜਾਂ ਕਰਾ ਰਿਹਾ। ਗੁਰੂ ਪਾਤਸ਼ਾਹ ਕਹਿੰਦੇ ਜਿਵੇਂ ਉਹ ਕਰਾਈ ਜਾ ਰਿਹਾ ਪ੍ਰਮਾਤਮਾ, ਉਵੇਂ ਹੋਈ ਜਾ ਰਿਹਾ ਆਪਣੇ ਆਪ। ਤੇ ਹੁਣ ਮਹਾਰਾਜ ਉਸ ਨੂੰ ਜੋੜਨ ਦੀ ਯੁਕਤੀ ਵੀ ਦਰਸਾਉਣਗੇ। ਕੀ ਜੋੜਨ ਦੀ ਯੁਕਤੀ ਹੈ ਖਾਲਸਾ ਜੀਓ, ਧਿਆਨ ਰੱਖਣਾ। ਗੁਰਬਾਣੀ ਵਿੱਚ ਐਸੇ ਅਨੇਕ ਸ਼ਬਦ ਹਨ ਜਿਨ੍ਹਾਂ ਦੀ ਸਮਝ ਅਜੇ ਤੱਕ ਨਹੀਂ ਆਈ ਸਾਨੂੰ। ਜਿਹਨੂੰ ਆ ਗਈ ਉਹ ਬੋਲਣ ਜੋਗਾ ਰਹਿੰਦਾ ਨਹੀਂ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਸਮਝਣਾ, ਜਿਹਨੂੰ ਸ਼ਬਦਾਂ ਦੀ ਸਮਝ ਆ ਗਈ ਉਹ ਬੋਲਣ ਜੋਗਾ ਰਹਿੰਦਾ ਨਹੀਂ, ਭਾਵ ਗੂੰਗਾ ਨਹੀਂ ਹੁੰਦਾ, ਉਹ ਸਮਾਧੀ ਵਿੱਚ ਲੀਨ ਹੋ ਜਾਂਦਾ ਹੈ। ਉੱਥੇ ਉਹ ਕਿਹਨੂੰ ਬੁਲਾਵੇਗਾ ਤੇ ਕਿਹਨੂੰ ਖਾਲ ਸੁਣਾਵੇਗਾ, ਨਹੀਂ ਸੁਣਾਉਂਦਾ ਉਹ। ਫਿਰ ਵੀ ਅਸੀਂ ਤਾਂ ਅਜੇ ਕੀੜੇ ਮਾਤਰ ਵੀ ਨਹੀਂ ਸਾਰੇ। ਜਿਵੇਂ ਜਿਵੇਂ ਪਾਤਸ਼ਾਹ ਥੋੜੀ ਬਹੁਤੀ ਕਿਰਪਾ ਸਾਰਿਆਂ ਤੇ ਕਰੀ ਜਾ ਰਹੇ ਹਨ, ਆਓ ਸਾਰੇ ਮਿਲ ਕੇ ਗੁਰੂ ਨਾਨਕ ਮਹਾਰਾਜ ਜੀ ਤੋਂ ਹੀ ਵਿਚਾਰ ਸਰਵਣ ਕਰੀਏ। ਉਹ ਆਪ ਹੀ ਪਾਤਸ਼ਾਹ ਸੁਣਾ ਸਕਦੇ ਹਨ ਤੇ ਆਪ ਹੀ ਸੁਣ ਸਕਦੇ ਹਨ। ਆਓ ਸਾਰਿਆਂ ਵਿੱਚੋਂ ਜੋ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਹੈ ਉਹਨੂੰ ਸੁਣਾਈਏ, ਤੇ ਜੋਤ ਹੀ ਸੁਣੇਗੀ, ਜੋਤ ਹੀ ਸੁਣਾਵੇਗੀ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ
ਵਾਹਿਗੁਰੂ ਸਾਹਿਬ ਜੀ। ਰਾਮ ਕੋਲੇ ਮਹਲਾ ਪਹਿਲਾ। ਖਟ ਮਟ ਦੇਹ ਮਨ ਬੈਰਾਗੀ। ਰਾਮ ਕਲੀ ਰਾਗ। ਇਸ ਵਿੱਚ ਬਹੁਤ ਸ਼ਬਦ ਜੋਗੀਆਂ ਦੇ ਹਨ, ਬਹੁਤਾਤ, ਤੇ ਰਾਗ ਵੀ ਜੋਗੀਆਂ ਦਾ ਹੈ। ਇਸ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਬਿਆਨ ਕੀਤਾ ਹੈ। ਪਾਤਸ਼ਾਹ ਕਹਿਣ ਲੱਗੇ, ਜੋਗੀ ਜੀ, ਤੁਸੀਂ ਕਹਿੰਦੇ ਹੋ ਕੋਈ ਮੱਠ ਵਿੱਚ ਬੈਠੋ। ਮੱਠ ਕੀ ਹੁੰਦਾ ਹੈ? ਇਹ ਬਿਲਡਿੰਗ, ਕੋਈ ਕਮਰਾ, ਭੋਰਾ, ਕੋਈ ਛੋਟਾ ਜਿਹਾ ਕਹਿ ਲੋ ਕਮਰਾ ਬਣਿਆ, ਉਹ ਮੱਠ ਜਾ ਕਹਿੰਦੇ। ਮਹਾਰਾਜ ਕਹਿੰਦੇ ਅਸੀਂ ਤਾਂ ਮੱਠ ਵਿੱਚ ਰੱਬ ਦੇ ਚਰਨਾਂ 'ਚ ਬੈਠੇ ਹਾਂ, ਬਸ ਉਹਨੇ ਬਿਠਾਇਆ ਜਿੱਥੇ ਉੱਥੇ ਬੈਠੇ ਹਾਂ। ਖਟ ਮੱਠ ਦੇਹੀ, 6 ਚੱਕਰਾਂ ਵਾਲਾ ਇਹ ਜਿਹੜਾ ਸਰੀਰ ਹੈ, ਇਹ ਸਾਡਾ ਮੱਠ ਹੈ। 6 ਚੱਕਰ ਕਿਹੜੇ ਖਾਲਸਾ ਜੀਓ? ਇੱਕ ਚੱਕਰ ਦੇ ਚੱਕਰ ਹੀ ਘੁੰਮਦੇ ਹਨ, ਬਸ ਜੇ ਕਹਿ ਲੋ ਚੱਕਰ ਹੀ ਚੱਕਰ ਘੁਮਾਈ ਜਾਂਦੇ ਬੰਦੇ ਨੂੰ। ਸਭ ਤੋਂ ਪਹਿਲਾ ਚੱਕਰ ਹੈ ਮੂਲਾਧਾਰ। ਮੂਲਾਧਾਰ ਇਹ ਕਿੱਥੋਂ ਸ਼ੁਰੂ ਹੁੰਦਾ ਹੈ? ਜਿੱਥੋਂ ਅਸੀਂ ਸਰੀਰਕ ਕਿਰਿਆ ਕਰਦੇ ਹਾਂ ਨਾ, ਯੂਰਨ ਪਾਸਿੰਗ ਕਰਦੇ ਹਾਂ, ਉੱਥੋਂ ਸ਼ੁਰੂ ਹੁੰਦਾ ਹੈ। ਸਾਡੇ ਮਨ ਵਿੱਚ ਬਹੁਤਾਤ ਕਾਮ ਵਾਸ਼ਨਾ ਹੈ, ਤੇ ਅਸੀਂ ਉੱਥੋਂ ਉੱਤੇ ਆਂਦੇ ਹੀ ਨਹੀਂ। ਉੱਥੋਂ ਨਹੀਂ ਚੱਕਰ ਉੱਠਦਾ ਤੇ ਉੱਤੇ ਕਿਵੇਂ ਆਵੇਗਾ? ਅਜੇ ਪਹਿਲੀ ਵਾਸ਼ਨਾ ਨਹੀਂ ਕਾਬੂ ਚ ਆਉਂਦੀ। ਜੇ ਉੱਥੋਂ ਚੱਕਰ ਉੱਤੇ ਨਹੀਂ ਉੱਠਿਆ ਤੇ ਖਾਲਸਾ ਜੀ ਅੱਗੇ ਤਾਂ ਫਿਰ ਫੁੱਲ ਸਟਾਪ ਹੀ ਲਾ ਦੋ, ਰੁਕ ਹੀ ਜਾਓ। ਇਸ ਤਰ੍ਹਾਂ ਵਾਰੀ ਵਾਰੀ ਸਿਰ ਇਹ ਚੱਕਰ ਪਾਰ ਕਰਦੇ ਆਉਂਦੇ। ਕਈ ਵਿਦਵਾਨ ਜ਼ਿਕਰ ਕਰਦੇ ਕਿ ਰੀੜ ਦੀ ਹੱਡੀ ਵਿੱਚੋਂ ਇਹ ਲੰਘ ਕੇ ਜਾਂਦੇ ਅੰਦਰੋਂ। ਹੁਣ ਹੈ ਕੀ ਚੀਜ਼? ਡਾਕਟਰ ਕੋਈ ਚੀਰ ਫਾੜ ਕਰੇ ਨਾ, ਉਹਨੂੰ ਵਿਖੇਗਾ ਨਹੀਂ। ਇਹ ਚੱਕਰ ਜਿਹੜੇ ਹਨ ਅਨੁਭਵ ਕਰਨ ਵਾਲੇ ਹਨ। ਅਨੁਭਵ ਕਹਿੰਦੇ ਜਿਤਨਾ ਕੋਈ ਸਾਧਨਾ ਵਿੱਚ ਜਾਂਦਾ ਨਾ, ਉਹਨੂੰ ਮਹਿਸੂਸ ਹੁੰਦਾ ਵੀ ਕਿਵੇਂ ਕਿਵੇਂ ਉਹਦੇ ਚੱਕਰ ਉਹ ਘੁੰਮਦੇ ਘੁੰਮਦੇ ਬਿਰਤੀ ਦਾ ਟਿਕਾ ਅੰਦਰ ਆਈ ਜਾਂਦਾ ਹੈ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਬਿਰਤੀ ਦਾ ਟਿਕਾ ਜਿਤਨਾ ਅੰਦਰ ਆਵੇਗਾ, ਉਤਨੇ ਚੱਕਰ ਭੇਦ ਕੇ ਉੱਤੇ ਜਾਈ ਜਾਵੇਗਾ। ਮੂਲਾਧਾਰ, ਸਵਾਦਿਸ਼ਟਾਨ, ਵਿਸੁੱਧ ਚੱਕਰ, ਇਹ ਸਾਰੇ ਚੱਕਰ ਪਾਰ ਕਰਕੇ ਅਖੀਰ ਤੇ ਆਗਿਆ ਚੱਕਰ 10ਵੇਂ ਦਵਾਰ ਵਿੱਚ। ਇਹਨਾਂ ਦੇ ਰੰਗ ਵੀ ਹੁੰਦੇ ਆ। ਇਹਨਾਂ ਦੇ ਐਸੇ ਖਾਲਸਾ ਜੀਓ ਅਵਸਥਾ ਹੈ ਵੀ ਕਿੱਥੇ ਹਿਰਦੇ ਵਿੱਚ, ਹਾਰਟ ਵਿੱਚ ਕਿੱਥੇ ਹੈ ਵਿਸੁੱਧ ਚੱਕਰ, 10ਵੇਂ ਦਵਾਰ ਵਿੱਚ ਆਗਿਆ ਚੱਕਰ। ਇਸ ਤਰ੍ਹਾਂ ਸਾਰੇ ਚੱਕਰ ਪਾਰ ਕਰਕੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦੀ ਕਿਰਪਾ ਨਾਲ ਇਹ ਮੱਠ ਬਣਾਇਆ ਹੋਇਆ ਹੈ। ਮੱਠ ਵਿੱਚ ਬਹਿ ਕੇ ਨਾ ਉੱਥੇ ਬੰਦਾ ਸਮਾਧੀ ਲਗਾਉਂਦਾ ਹੈ। ਪਾਤਸ਼ਾਹ ਕਹਿੰਦੇ 6 ਚੱਕਰਾਂ ਵਾਲਾ ਜਿਹੜਾ ਸਰੀਰ ਹੈ ਨਾ, ਹੁਣ ਸਰੀਰ ਤਾਂ ਹੱਡ ਮਾਸ ਦਾ ਬਣਿਆ, ਇੱਥੇ ਗੱਲ ਸਮਝਣਾ, ਉਹ ਨਹੀਂ, ਹੱਡ ਮਾਸ ਦੇ ਬਣੇ ਹੋਏ ਸਰੀਰ ਵੀ ਜਿਹੜੇ 6 ਚੱਕਰ, ਉਹ ਸੁਰਤੀ ਰਾਹੀਂ ਅਸੀਂ ਉਸ ਰਾਹੀਂ ਅੱਗੇ ਜਾ ਰਹੇ ਹਾਂ। ਸੁਰਤ ਹੈ ਇੱਥੇ। ਗੁਰੂ ਨਾਨਕ ਪਾਤਸ਼ਾਹ ਦਾ ਸਰੀਰ ਨਹੀਂ, ਸੁਰਤ ਹੈ। ਸੁਰਤ ਧੁਨ ਚੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਪਾਤਸ਼ਾਹ ਕਹਿੰਦੇ ਅਸੀਂ ਉਸ ਸੁਰਤ ਰਾਹੀਂ ਖਟ ਮਟ ਦੇਹੀ, ਫਿਰ ਨਾਲ ਹੈ ਮਨ। ਮਨ ਬੈਰਾਗੀ, ਬੈਰਾਗੀ, ਬੈਰਾਗ, ਬੀਤ ਗਿਆ ਮੋਹ, ਬੈ ਲੰਘ ਗਿਆ, ਬੀਤ ਗਿਆ, ਖਤਮ ਹੋ ਗਿਆ, ਰਾਗ ਲਗਾਵ, ਮੋਹ। ਜਿੱਥੇ ਹਰ ਚੀਜ਼ ਦਾ ਮੋਹ ਖਤਮ ਹੋ ਜਾਵੇ ਉਹਨੂੰ ਕਹਿੰਦੇ ਬੈਰਾਗੀ।
ਹੁਣ ਦੇਖੋ ਸਾਡੇ ਮਨ ਦੀ ਕਿਤਨੀ ਪਕੜ ਹੈ। ਆਖੋ ਸਤਨਾਮ। ਇੱਕ ਮਿੰਟ ਸਾਰੇ ਆਪਣੇ ਅੰਦਰ ਵੇਖਣਾ। ਵਾਹਿਗੁਰੂ 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 ਵਾਹਿਗੁਰੂ। ਉਹ ਪਕੜ ਤੋੜ ਕੇ ਅੰਦਰ ਆਵੇ, ਉਹਨੂੰ ਕਹਿੰਦੇ ਬੈਰਾਗੀ। ਜਿਹੜੀ ਅੰਦਰ ਪਕੜ ਹੈ ਨਾ, ਪਰਿਵਾਰ ਦੀ, ਸਰੀਰ ਦੀ, ਵਾਸ਼ਨਾ ਦੀ, ਕਾਮ ਦੀ, ਧਨ ਦੌਲਤ ਦੀ, ਦੁਨੀਆ ਦੀ ਪਰਵਾਹ ਦੀ। ਪਰਵਾਹ ਵੀ ਪਕੜ ਹੁੰਦੀ ਹੈ। ਦੁਨੀਆ ਕੀ ਆਖੇਗੀ, ਇਹ ਵੀ ਤਾਂ ਪਕੜ ਹੈ। ਦੁਨੀਆ ਆਖਣ ਦਾ ਭਾਵ ਮੇਰੀ ਵੀ ਇੱਜ਼ਤ ਹੈ ਨਾ। ਬੰਦਾ ਕਹਿੰਦਾ ਉਹ ਹੋਮਾ ਹੀ ਹੈ। ਇਹ ਸਾਰੀ ਪਕੜ ਛੱਡ ਕੇ ਇਹਨੂੰ ਕਹਿੰਦੇ ਬੈਰਾਗੀ, ਪਰੇ ਕਰ ਦੇਣਾ। ਮਨ ਬੈਰਾਗੀ ਬਣੇਗਾ। ਖਟ ਮਟ ਦੇਹੀ ਮਨ ਬੈਰਾਗੀ। ਹੁਣ ਦੇਖੋ ਅਜੇ ਤੱਕ ਸਾਡਾ ਮਨ ਨਹੀਂ ਇੱਥੇ ਪਹੁੰਚਿਆ, ਪਹਿਲੀ ਪੰਕਤੀ ਨਹੀਂ ਪਹੁੰਚਿਆ, ਅੱਗੇ ਕਿੱਥੇ ਜਾਵਾਂਗੇ? ਅੱਜ ਦੇ ਮੁੱਖ ਵਾਕ ਦੀ ਪਹਿਲੀ ਪੰਕਤੀ ਨਹੀਂ ਪਾਰ ਕੀਤੀ, ਅੱਗੇ ਤਾਂ ਫਿਰ ਰੁਕੀ ਜਾਓ। ਪਾਤਸ਼ਾਹ ਦੀ ਇਹ ਭਾਵਨਾ ਹੈ ਵੀ ਗੁਰਸਿੱਖੋ ਇੱਕ ਇੱਕ ਪੰਕਤੀ, ਇੱਕ ਇੱਕ ਸਟੈਪ ਪਾਰ ਕਰਕੇ ਕਿ ਚੱਲੀ ਜਾਓ, ਚੱਲੀ ਜਾਓ। ਜਿਹੜਾ ਇੱਥੇ ਥੋੜਾ ਜਿਹਾ ਦੇਖੋ ਸਕੂਨ ਆ ਰਿਹਾ ਨਾ, ਇੱਥੇ ਪਹੁੰਚਣ ਤੱਕ ਵੀ ਸਕੂਨ ਆਉਂਦਾ ਹੈ। ਸਕੂਨ ਕਹਿੰਦੇ ਸਹਿਜ, ਸੌਖੀ ਜੀ ਭਾਸ਼ਾ ਸਮਝ ਲਓ, ਟਿਕਾ। ਬੰਦਾ ਇੱਥੇ ਵੀ ਪਹੁੰਚ ਜਾਵੇ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਰੇ ਚੱਕਰ ਨਾ ਆਪਣੀ ਸੁਰਤੀ ਨੂੰ ਥੱਲੇ ਤੇ ਲਿਆ ਕੇ, ਜਿੱਥੋਂ ਸਰੀਰਕ ਕਿਰਿਆ ਕਰਦੇ ਆ ਤੇ ਸਾਰੇ ਸਰੀਰ ਵਿੱਚ ਘੁਮਾ ਕੇ ਸੁਰਤੀ ਨੂੰ ਉੱਤੇ ਲੈ ਜਾਣਾ, ਆਪਣੇ ਆਪ ਟਿਕਾ ਆਣਾ ਸ਼ੁਰੂ ਹੋ ਜਾਂਦਾ ਹੈ। ਵਾਹਿਗੁਰੂ 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 ਵਾਹਿਗੁਰੂ। ਜੋ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਹੈ, ਨਿਮਰਤਾ ਭਾਵਨਾ ਹੈ, ਮਹਾਰਾਜ ਸੰਗਤ ਦਾ, ਸੰਤਾਂ ਮਹਾਂਪੁਰਸ਼ਾਂ ਦਾ ਆਸਰਾ ਹੈ, ਤੇ ਬੰਦਾ ਪਹੁੰਚ ਜਾਂਦਾ ਹੈ ਖਾਲਸਾ ਜੀਓ। ਐਸਾ ਇਹ ਮਨ ਬੈਰਾਗੀ ਬਣਿਆ ਹੋਇਆ ਹੈ। ਸੁਰਤ ਸ਼ਬਦ ਧੁਨ ਅੰਤਰ ਜਾਗੇ। ਹੁਣ ਸਰੀਰ ਨੂੰ ਵੀ ਛੱਡ ਦੇਣਾ। ਖਟ ਮਟ ਦੇਹੀ, ਸਰੀਰ ਤਾਂ ਪਿੱਛੇ ਹੀ ਰਹਿ ਗਿਆ ਪਹਿਲਾਂ। ਕਿ ਜਿਹੜੇ 6 ਚੱਕਰ ਸਰੀਰ ਵਿੱਚ ਹਨ, ਉਹ ਕਿਹੜਾ ਸਰੀਰ ਹੈ? ਸੂਖਮ ਸਰੀਰ ਹੈ। ਅਸਥੂਲ ਵਿੱਚ ਸੂਖਮ ਦੀ ਗੱਲ ਕਰਦੇ ਪਾਤਸ਼ਾਹ। ਹੁਣ ਜੇ ਅਸਥੂਲ ਨਾ ਹੋਵੇਗਾ ਤੇ ਸੂਖਮ ਨਹੀਂ ਰਹੇਗਾ ਖਾਲਸਾ ਜੀ, ਧਿਆਨ ਰੱਖਣਾ। ਜੇ ਸਰੀਰ ਨਹੀਂ ਨਾ ਤੇ ਜੋਤ ਵੀ ਨਹੀਂ ਰਹਿਣੀ ਇੱਥੇ, ਜੋਤ ਵੀ ਉਡਾਰੀ ਮਾਰ ਜਾਏਗੀ। ਸਰੀਰ ਕਰਕੇ ਜੋਤ ਟਿਕੀ ਇੱਥੇ। ਸਰੀਰ ਕਰਕੇ ਕੋਈ ਬੋਲਦਾ ਹੈ, ਕੋਈ ਸੁਣਦਾ ਹੈ, ਨਹੀਂ ਤਾਂ ਬਾਬਾ ਬੋਲਤੇ ਥੇ ਕਹਾਂ ਗਏ। ਅੱਗੇ ਪਾਤਸ਼ਾਹ ਕਹਿੰਦੇ ਸਰੀਰ ਤੋਂ ਬਾਅਦ ਸੁਰਤ ਸ਼ਬਦ ਧੁਨ ਅੰਤਰ ਜਾਗੀ। ਸੁਰਤ ਜਿਹੜੀ ਅੰਦਰਲੀ ਆਵਾਜ਼ ਨੂੰ ਸੁਣਦੀ ਏ। ਹੁਣ ਦੇਖੋ ਕੂੰ ਕੂੰ ਦੀ ਆਵਾਜ਼ ਆ ਰਹੀ ਹੈ ਉੱਤੇ, ਭਾਵੇਂ ਮਾਈਕ ਦੀ ਕੋਈ ਵੀ ਹੈ, ਇਹਨੂੰ ਬਰੀਕ ਨਾਲ ਸੁਣਨਾ ਪੈਂਦਾ ਹੈ। ਜਿਤਨਾ ਕੋਈ ਸੁਰਤੀ ਰੋਕੇਗਾ ਉਹਨੂੰ ਸੁਣ ਲਵੇਗਾ ਨਾ। ਇਸੇ ਤਰ੍ਹਾਂ ਅੰਦਰਲੀ ਆਵਾਜ਼ ਨੂੰ, ਜਿਹੜੇ ਅੰਦਰਲੇ ਫੁਰਨੇ ਆ ਰਹੇ ਨਾ, ਉਹਨੂੰ ਕਹਿੰਦੇ ਫੁਰਨੇ। ਪਹਿਲਾਂ ਫੁਰਨੇ ਆਣਗੇ ਅੰਦਰੋਂ ਕਈ ਤਰ੍ਹਾਂ ਦੇ। ਚੱਲ ਮਨਾ ਉੱਠ ਕੇ ਚੱਲ, ਚੱਲ ਮਨਾ ਇਹ ਖਾ ਲੈ, ਇਹ ਪੀ ਲੈ। ਇਹ ਫੁਰਨਿਆਂ ਨੂੰ ਰੋਕਣ ਲਈ ਸੁਰਤੀ ਕਮਾਉਂਦੀ ਖਾਲਸਾ ਜੀ। ਫਿਰ ਉਸ ਸੁਰਤੀ ਨੂੰ ਰੋਕ ਕੇ ਫੁਰਨਿਆਂ ਦਾ
ਸ਼ਬਦ ਨਾਲ ਜੋੜਨਾ ਹੈ। ਸ਼ਬਦ ਕਿਹੜਾ? ਕੋਈ ਵੀ ਸ਼ਬਦ ਆਪਣੇ ਆਪਣੇ ਧਰਮ ਅਨੁਸਾਰ। ਗੁਰਸਿੱਖਾਂ ਲਈ ਬਾਣੀ ਵਾਹਿਗੁਰੂ। ਪਰ ਉਹ ਜਪਦੇ ਜਪਦੇ ਅੰਦਰਲਾ ਸ਼ਬਦ ਜਿਹਨੂੰ ਕਹਿੰਦੇ ਅਨਹਦ ਸ਼ਬਦ, ਉਸ ਨਾਲ ਸੁਰਤੀ ਜੋੜਨੇ। ਸ਼ਬਦ ਸੁਰਤ ਧੁਨ ਅਨਹਤ ਜਾਗੀ ਇੱਕ ਰਸ। ਅਨਹਤ ਇੱਕ ਰਸ ਬਿਨਾ ਵਜਾਏ ਉਹ ਧੁਨੀ ਜਾਗਦੀ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇ ਆਸਤਾ ਆਸਤਾ ਸ਼ਬਦ ਸੁਰਤ ਦੋਵੇਂ ਇੱਕ ਹੋ ਕੇ ਜਿਹੜੀ ਅਨਹਦ ਇੱਕ ਰਸ ਧੁਨੀ ਅੰਦਰ ਜਾਗਦੀ ਹੈ। ਵਾਜੈ ਅਨਹਦ ਮੇਰਾ ਮਨ ਲੀਣਾ। ਉਸ ਅਨਹਦ ਧੁਨੀ ਜਿਹੜੀ ਵੱਜਦੀ ਪਈ ਹੈ, ਗੁਰੂ ਪਾਤਸ਼ਾਹ ਕਹਿੰਦੇ ਜੋਗੀ ਜੀ ਉਸ ਵਿੱਚ ਮਨ ਲੀਨ ਹੋ ਗਿਆ। ਲੀਨ ਕਹਿੰਦੇ ਸਮਾ ਗਿਆ। ਵਾਜੈ ਅਨਹਦ ਮੇਰਾ ਮਨ ਲੀਣਾ। ਲੀਨ ਸਮਾ ਗਿਆ। ਉਸ ਅਨਹਦ ਧੁਨੀ ਵਿੱਚ ਜਿਹੜੀ ਆਪਣੇ ਆਪ ਇੱਕ ਰਸ ਅੰਦਰ ਵੱਜਦੀ ਹੈ, ਉਸ ਵਿੱਚ ਮਨ ਸਮਾ ਗਿਆ। ਗੁਰਬਚਨੀ ਸਚ ਨਾਮ ਪਤੀਣਾ। ਗੁਰੂ ਦੇ ਉਪਦੇਸ਼ ਸਦਕਾ, ਗੁਰੂ ਦੇ ਬਚਨਾਂ ਦੁਆਰਾ, ਉਹ ਕੀ ਹੈ? ਸੱਚ ਬਚਨ ਹਨ ਮਹਾਰਾਜ ਦੇ। ਉਹੀ ਅੰਦਰਲੀ ਆਵਾਜ਼ ਹੈ, ਉਹੀ ਰੱਬ ਦੀ ਜੋਤ ਹੈ। ਤੇ ਉਸ ਵਿੱਚ ਇਹ ਮਨ ਪਤੀਜ ਗਿਆ। ਸਚ ਨਾਮ ਪਤੀਣਾ। ਇਹ ਮਨ ਸੱਚੇ ਨਾਮ ਨੂੰ ਜਪ ਜਪ ਕੇ ਮਨ ਵੀ ਪਤੀਜ ਗਿਆ। ਖਾਲਸਾ ਜੀਓ। ਪ੍ਰਾਣੀ ਰਾਮ ਭਗਤ ਸੁਖ ਪਾਈਐ। ਇਹ ਪ੍ਰਾਣਾ ਵਾਲੇ ਪ੍ਰਾਣੀ ਤੇਰੇ ਅੰਦਰ ਜਿਹੜੇ ਸਵਾਸ ਆ ਰਹੇ, ਜਦ ਤੱਕ ਸਵਾਸ ਹਨ ਸੁਖ ਲੈਣਾ ਹੀ। ਬੰਦਾ ਕਹਿੰਦਾ ਹਾਂ ਜੀ ਸੁਖ ਲੈਣਾ ਹੈ, ਫਿਰ ਕੀ ਕਰ? ਪ੍ਰਾਣੀ ਰਾਮ ਭਗਤੀ ਤੱਤੇ ਨੂੰ ਸਿਹਾਰੀ। ਭਗਤੀ, ਪਰਮਾਤਮਾ ਦੀ ਭਗਤੀ ਕਰ, ਸੁਖ ਮਿਲੇਗਾ। ਬਨਾ ਸੁਖ ਪਾਈਏ, ਸੁਖ ਦੀ ਪ੍ਰਾਪਤੀ ਹੋਵੇਗੀ। ਬਨਾ ਜਿਤਨਾ ਭਗਤੀ ਕਰੇਗਾ। ਵਾਹਿਗੁਰੂ। ਨਹੀਂ ਕੰਮ ਢਿੱਲਾ ਹੀ ਹੈ, ਫਿਰ ਆਪਣੇ ਆਪ ਦੇਖ ਲਓ। ਚਲੋ ਤੁਹਾਡੀ ਮਰਜ਼ੀ। ਰਾਮ ਦੀ ਭਗਤੀ, ਰੱਬ ਦੀ ਭਗਤੀ ਜਿਤਨੀ ਬੰਦਾ ਕਰੀ ਜਾਵੇਗਾ, ਦੁਨੀਆ 'ਚ ਸੁੱਖ ਨਹੀਂ ਮਿਲਦਾ ਭਾਈ। ਲੈਣ ਨੂੰ ਤਿਆਰ ਨਹੀਂ, ਅਸੀਂ ਤਿਆਰ ਨਹੀਂ ਆ। ਬਸ ਬਾਰੀ ਬਾਰੀ ਸੁੱਖ। ਬਾਰੀ ਬਾਰੀ ਸੁੱਖ ਕੀ ਹੁੰਦਾ ਹੈ? ਉੱਤੋਂ ਉੱਤੋਂ ਕੁਛ ਕਰੀ ਜਾਣਾ, ਉਤਲਾ ਉਤਲਾ ਸੁੱਖ ਮਿਲੀ ਜਾਵੇ ਬਸ। ਲਗਭਗ 99% ਬੰਦੇ ਅਸੀਂ ਇੱਥੇ ਟਿਕੇ ਹੋਏ ਹਾਂ। ਬਸ ਹਾਂ, ਗੁਰਦੁਆਰੇ ਆਏ, ਅੱਜ ਕੰਮ ਕਾਜ ਵਧੀਆ ਚੱਲ ਗਿਆ, ਭਲਾ ਹੈ। ਪਾਤਸ਼ਾਹ ਕਹਿੰਦੇ ਨਾ, ਉਹ ਆਪਣੇ ਆਪ ਹੀ ਚਲੇਗਾ। ਪ੍ਰਾਣੀ ਰਾਮ ਭਗਤੀ ਸੁਖ ਪਾਈਐ। ਜੇ ਆਤਮ ਸੁਖ ਦੀ ਪ੍ਰਾਪਤੀ ਲੈਣੀ ਹੈ ਤਾਂ ਜਪ ਵਾਹਿਗੁਰੂ 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 ਵਾਹਿਗੁਰੂ। ਅੰਦਰਲੇ ਝਗੜੇ ਮੁਕਾ ਦੇਵੇਗਾ। ਇਹ ਝਗੜੇ ਮੁੱਕ ਗਏ ਅੰਦਰਲੇ ਤੇ ਸ਼ਾਂਤੀ ਹੈ। ਮਨ ਹਮੇਸ਼ਾ ਅੰਦਰ ਝਗੜਾ ਹੀ ਕਰਦਾ ਰਹਿੰਦਾ ਹੈ। ਮੈਨੂੰ ਇਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਉਹ ਨਹੀਂ, ਕਦੀ ਰਜਦਾ ਹੀ ਨਹੀਂ। ਮਨਾ ਇਹੀ ਤਰੀਕਾ ਹੈ, ਬਸ ਸਭ ਕੁਛ ਆਵੇਗਾ। ਰੱਬ ਦੀ ਭਗਤੀ ਕਰ। ਗੁਰਮੁਖ ਹਰ ਹਰ ਮੀਠਾ ਲਾਗੈ। ਹਰ ਹਰ ਨਾਮ ਸਮਾਈਐ। ਮਨਾ ਭਗਤੀ ਕਿਵੇਂ ਕਰਨੀ ਹੈ ਜੀ? ਅਸੀਂ ਤਾਂ ਫਲਾਣੇ ਗੁਰੂ ਤੋਂ ਗੁਰਮੰਤਰ ਲਿਆ। ਮਹਾਰਾਜ ਕਹਿੰਦੇ ਨਾ, ਇੱਕ ਗੁਰੂ ਦੀ ਸ਼ਰਨ ਪੈ ਕੇ ਤੂੰ ਕੀ ਕਰ? ਵਾਹਿਗੁਰੂ ਵਾਹਿਗੁਰੂ ਜਪ।
ਰੱਬ ਦਾ ਨਾਮ ਜਦੋਂ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਗਿਆ ਨਾ, ਉਦੋਂ ਸੁਖ ਮਿਲੇਗਾ ਖਾਲਸਾ ਜੀ। ਬਸ ਪਾਤਸ਼ਾਹ ਕਹਿੰਦੇ ਹਰ ਹਰ ਨਾਮ ਸਮਾਈਐ, 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 ਹਰ ਹਰ ਨਾਮ ਸਮਾਈਐ। ਕੀ ਹੈ ਨਾਮ? ਰੱਬ ਹੈ ਬਸ। ਜਿਹਦਾ ਨਾਮ ਹੁੰਦਾ ਹੈ ਨਾ, ਤੇ ਬੰਦਾ ਵੀ ਤਾਂ ਉਹੀ ਹੁੰਦਾ ਹੈ। ਕਿਸੇ ਦਾ ਨਾਮ ਗੁਰਮੁਖ ਸਿੰਘ ਹੈ, ਸਮਝ ਲਓ ਤੁਹਾਡਾ ਹੀ ਨਾਮ ਹੈ। ਤੁਸੀਂ ਵੀ ਤਾਂ ਗੁਰਮੁਖ ਹੋ, ਤਾਂ ਹੀ ਤੁਹਾਨੂੰ ਕਹਿ ਰਹੇ ਗੁਰਮੁਖ ਸਿੰਘ ਤੁਸੀਂ ਹੋ ਨਾ। ਰੱਬ ਨੂੰ ਕਿਹਾ ਵਾਹਿਗੁਰੂ, ਤਾਂ ਹੈ ਨਾ ਵਾਹਿਗੁਰੂ। ਉਹ ਨਾਮ ਰੱਬ ਦੇ ਵਿੱਚ ਹੀ ਸਮਾ ਜਾਓਗੇ। ਐ ਮਨਾ ਰੱਬ ਦੀ ਗੁਰੂ ਦੀ ਸ਼ਰਨ ਪੈ ਕੇ ਗੁਰੂ ਪਾਤਸ਼ਾਹ ਤੋਂ ਗੁਰਮੰਤਰ ਲੈ, ਮਹਾਰਾਜ ਦੱਸੋ ਹੁਣ ਕਿਵੇਂ ਜਾਵਾਂ। ਕਈ ਵਾਰੀ ਬੰਦਾ ਗੁਰਮੰਤਰ ਲੈ ਕੇ ਵੀ ਨਾ, ਉਹਨੂੰ ਤੁਰਨਾ ਨਹੀਂ ਆਉਂਦਾ। ਅੱਖੋ ਸਤਨਾਮ। ਫਿਰ ਸ਼ਰਨ ਸੰਗਤ ਦੀ ਆਉਣਾ ਪੈਂਦਾ। ਇੱਥੇ ਗੁਰੂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਤੁਰ, ਜੋ ਗੁਰ ਕਹੈ ਸੋਈ ਭਲ ਮਾਨੋ। ਭਲਾ ਕਰਕੇ ਮਨ, ਇਸ ਤਰ੍ਹਾਂ ਤੁਰ, ਉਹ ਅਭਿਆਸ ਕਰ, ਚੱਲੀ ਜਾ, ਉਸ ਮਾਰਗ ਤੇ ਚੱਲੀ ਜਾ। ਫਿਰ ਕੀ ਹੈ? ਹਰ ਹਰ ਨਾਮ ਸਮਾਈਐ। ਵਾਹਿਗੁਰੂ ਜੋ ਨਾਮ ਹੈ, ਪਰਮੇਸ਼ਰ ਹੈ, ਉਸ ਵਿੱਚ ਸਮਾ ਜਾਓ ਜੀ। ਰਹਾਉ ਵਿਸ਼ਰਾਮ ਦੇ ਕੇ ਟਿਕਾ ਕੇ ਅਗਾਂਹ ਬਿਆਨ ਕਰਦੇ ਹਨ। ਮਾਇਆ ਮੋਹ ਬਿਵਰਜ ਸਮਾਏ। ਹੁਣ ਮਾਇਆ ਦਾ ਮੋਹ ਹੈ, ਉਹ ਰੋਕਣਾ। ਬਿਵਰਜ ਕਹਿੰਦੇ ਰੋਕ ਦੋ। ਹੁਣ ਇਹ ਨਹੀਂ ਪਤਾ ਮਾਇਆ ਦਾ ਮੋਹ ਕੀ ਹੁੰਦਾ ਹੈ ਭਾਈ। ਮਾਇਆ ਦਾ ਮੋਹ ਜੋ ਰੱਬ ਨੂੰ ਛੱਡ ਕੇ ਦੂਜੀ ਖਿੱਚ ਹੈ ਨਾ, ਰੱਬ ਨੂੰ ਛੱਡ ਕੇ ਜਿਤਨੀ ਦੂਜੀ ਖਿੱਚ ਹੈ, ਉਹ ਮਾਇਆ ਮੋਹ ਹੈ। ਹੁਣ ਸਾਨੂੰ ਫਿਕਰ ਹੈ ਦੁਕਾਨ ਤੇ ਜਾਣਾ ਹੈ, ਫਿਰ ਖਿੱਚ ਹੈ ਨਾ ਉਧਰ, ਫਲਾਣੀ ਥਾਂ ਘਰ ਲੰਗਰ ਛਕਣਾ ਹੈ, ਪ੍ਰਸ਼ਾਦਾ ਛਕਣਾ ਹੈ, ਬ੍ਰੇਕਫਾਸਟ ਕਰਨਾ ਹੈ, ਕੱਪੜੇ ਤਿਆਰ, ਇਹ ਸਾਰੀ ਖਿੱਚ ਹੈ ਨਾ, ਇਹ ਮਾਇਆ ਮੋਹ ਹੈ ਸਾਰੀ। ਕਿਤਨੀ ਖਿੱਚ ਬੰਦੇ ਨੂੰ ਪਈ ਹੈ, ਛੱਡਦੀ ਨਹੀਂ। ਇੱਥੇ ਵੀ ਖਿੱਚ ਹੈ, ਹਉਮੈ ਦੀ ਖਿੱਚ, ਸਾਰੇ ਪਾਸੇ ਖਿੱਚ ਹੈ। ਕਾਮ ਦੀ ਖਿੱਚ ਹੈ, ਕ੍ਰੋਧ ਦੀ ਖਿੱਚ ਹੈ, ਸੋਪਣ ਦੀ ਖਿੱਚ ਹੈ, ਬਹੁਤ ਸਾਰੇ ਪਾਸੇ। ਰੱਬ ਨੂੰ ਛੱਡ ਕੇ ਜਿਤਨੀ ਖਿੱਚ ਹੈ, ਰੱਬ ਦੇ ਵੱਲ ਅੰਦਰ ਮਨ ਜਾ ਰਿਹਾ ਹੈ, ਉਹ ਭਲਾ ਹੈ। ਪਾਤਸ਼ਾਹ ਕਹਿੰਦੇ ਉਹੀ ਕਰ, ਮਾਇਆ ਮੋਹ ਬਿਵਰਜ ਰੋਕ ਦੇ, ਫਿਰ ਸਮਾਏ ਅੰਦਰ ਸਮਾ ਜਾ। ਮਾਇਆ ਮੋਹ ਬਿਵਰਜ, ਇੱਥੇ ਰੁਕਣਾ ਹੈ, ਵਿਸ਼ਰਾਮ ਇੱਥੇ ਹੈ। ਮਾਇਆ ਮੋਹ ਬਿਵਰਜ, ਮਾਇਆ ਦਾ ਮੋਹ ਰੋਕ ਤੇ ਕੀ ਕਰ? ਸਮਾਏ, ਰੱਬ ਦੇ ਵਿੱਚ ਸਮਾ ਜਾਓ ਜੀ। ਸਤਿਗੁਰ ਭੇਟੈ ਮੇਲ ਮਿਲਾਏ। ਤੇ ਭਾਈ ਸਤਿਗੁਰ ਪਾਤਸ਼ਾਹ ਸੰਗਤ ਨਾਲ ਮਿਲਾਉਂਦੇ ਹਨ। ਬਿਨਾਂ ਸੰਗਤ ਤੋਂ ਤਾਂ ਗੱਲ ਬਣਦੀ ਨਹੀਂ ਖਾਲਸਾ ਜੀ। ਭਾਵੇਂ ਬਹੁਤਾ ਦੁਨੀਆ ਗੁਰਮੰਤਰ ਲੈ ਕੇ ਕਹਿੰਦੀ ਸਾਨੂੰ ਤਾਂ ਜਪਣਾ ਆ ਗਿਆ ਹੈ, ਨਹੀਂ, ਇਹ ਸੰਗਤ ਆਪਣੇ ਆਪ ਹੀ ਬੇੜਾ ਪਾਰ ਕਰ ਦਿੰਦੀ ਖਾਲਸਾ ਜੀ। ਪਤਾ ਨਹੀਂ ਕੀ ਇੱਥੇ ਬਖਸ਼ਿਸ਼ ਹੈ, ਸਾਧ ਸੰਗਤ ਵਿੱਚ ਆਪਣੇ ਆਪ ਬੰਦਾ ਤਰ ਜਾਂਦਾ ਹੈ। ਸਤਿਗੁਰ ਭੇਟੈ ਮੇਲ ਮਿਲਾਏ। ਜਦੋਂ ਸਤਿਗੁਰ ਨਾਲ ਮਿਲਾਪ ਹੁੰਦਾ ਹੈ ਨਾ, ਸਤਿਗੁਰ ਦੀ ਸ਼ਰਨ ਪੈ ਕੇ, ਤੇ ਮਹਾਰਾਜ ਕਹਿੰਦੇ ਭਾਈ ਸਾਧ ਸੰਗਤ ਵਿੱਚ ਆ ਕੇ ਨਾਮ ਜਪ। ਨਾਮ ਰਤਨ ਨਿਰਮੋਲਕ ਹੀਰਾ। ਇਹ ਜਿਹੜਾ ਨਾਮ ਰਤਨ ਹੈ, ਬਹੁਤ ਨਿਰਮੋਲਕ ਹੀਰਾ ਹੈ। ਹੀਰੇ ਦਾ ਵੀ ਕੋਈ ਮੁੱਲ ਹੁੰਦਾ ਹੈ ਭਾਈ। ਭਾਵੇਂ ਅੱਜ ਕੱਲ ਕੋਈ ਫਲਾਣੇ ਇਤਨੇ ਲੱਖ, ਇਤਨੇ ਕਰੋੜ, ਪਰ ਨਾਮ ਦਾ ਕਿਤਨਾ ਮੁੱਲ ਹੋਵੇਗਾ। ਚਲੋ ਕਿਸੇ ਕੋਲ ਹੀਰਾ ਆ ਗਿਆ ਨਾ, ਹੀਰਾ ਨੁਕਸਾਨਦਾਇਕ ਵੀ ਹੈ, ਜ਼ਹਿਰ ਵੀ ਹੁੰਦਾ ਹੈ।
ਚੱਟੋਗੇ ਜ਼ਹਿਰ ਵੀ ਮਰ ਵੀ ਜਾਂਦਾ ਹੈ ਬੰਦਾ। ਜੇ ਅੰਦਰ ਆ ਜਾਵੇ, ਕੋਲ ਆ ਜਾਵੇ, ਤੇ ਫਿਰ ਮਨ ਨੂੰ ਜ਼ਹਿਰ ਬਣਾ ਦਿੰਦਾ ਹੈ। ਪਾਪ ਕਾਮ ਕ੍ਰੋਧ ਵਿੱਚ ਭਟਕਾਵੇਗਾ ਵੀ ਪੀਤਰਾ ਪੈਸਾ ਆ ਗਿਆ ਕਿੱਥੇ ਲਾਵਾਂ। ਪਾਤਸ਼ਾਹ ਕਹਿੰਦੇ ਨਾਮ ਰਤਨ ਨਿਰਮੋਲਕ ਹੀਰਾ। ਜਿਹੜਾ ਵਾਹਿਗੁਰੂ ਨਾਮ ਹਿਰਦੇ ਵਿੱਚ ਆ ਗਿਆ ਇਹ ਮਰਨ ਵੀ ਨਹੀਂ ਦਵੇਗਾ, ਇਹ ਬੰਦੇ ਦਾ ਮਨ ਵੀ ਨਹੀਂ ਭਟਕਾਵੇਗਾ। ਸਭ ਤੋਂ ਨਿਰਮੋਲਕ ਹੀਰਾ ਵਾਹਿਗੁਰੂ 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 ਇਹਨੂੰ ਛਕਣਾ ਹੈ। ਜਿਵੇਂ ਅੰਦਰ ਜਾਂਦਾ ਨਾ ਗੁਰੂ, ਅੰਦਰ ਉੱਥੇ ਜਾਂਦਾ ਹੈ ਜਿੱਥੇ ਪ੍ਰਮਾਤਮਾ ਹੋਵੇ। ਬਸ ਇਹੀ ਨਿਰਮੋਲਕ ਹੀਰਾ ਪ੍ਰਮਾਤਮਾ ਤੱਕ ਲੈ ਜਾਂਦਾ ਹੈ। ਚਿਤਰਾਤਾ ਮੇਰਾ ਮਨ ਧੀਰਾ। ਤਿਤ ਉਸ ਵਿੱਚ, ਨਾਮ ਰਤਨ ਵਿੱਚ ਰਤ ਕੇ ਤਿਤ, ਤਿਤ ਰਾਤਾ ਜੁੜ ਕੇ ਸਮਾ ਕੇ। ਨਾਮ ਦੇ ਵਿੱਚ ਜੇ ਮਨ ਸਮਾ ਗਿਆ ਨਾ, ਮੇਰਾ ਮਨ, ਪਾਤਸ਼ਾਹ ਕਹਿੰਦੇ ਸਾਡੇ ਮਨ ਨੂੰ ਧੀਰਜ ਆ ਗਿਆ, ਧੀਰਾ ਹੌਸਲਾ ਆ ਗਿਆ, ਟਿਕ ਗਿਆ। ਜੇ ਮਨ ਟਿਕ ਗਿਆ ਤਾਂ ਹੌਸਲਾ ਆਇਆ ਹੈ। ਹਉਮੈ ਮਮਤਾ ਰੋਗ ਨਾ ਲਾਗੈ। ਜਿੱਥੇ ਟਿਕ ਗਿਆ ਬੰਦਾ ਉੱਥੇ ਕੋਈ ਰੋਗ ਲੱਗਣਾ ਹੀ ਨਹੀਂ, ਨਾ ਹਉਮੈ ਦਾ ਨਾ ਮਮਤਾ ਦਾ। ਇਹ ਰੋਗ ਹੈ ਖਾਲਸਾ ਜੀ। ਤੇ ਜਿੱਥੇ ਹਉਮੈ ਖਤਮ ਉਥੇ ਸਾਰੇ ਰੋਗ ਖਤਮ। ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਖਤਮ, ਤੇ ਉੱਥੇ ਸਭ ਰੋਗ ਆਪੇ ਚਲੇ ਗਏ। ਰਾਮ ਭਗਤ ਜਮ ਕਾ ਭਉ ਭਾਗੈ। ਐ ਮਨਾ ਰੱਬ ਦੀ ਭਗਤੀ ਕਰਦਿਆਂ ਜਮਾ ਦਾ ਡਰ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ। ਜਮ ਜ਼ੰਦਾਰ ਨਾ ਲਾਗੈ ਮੋਹੇ। ਫਿਰ ਜਮ ਦੇ ਦੂਤ ਆ ਕੇ ਤੰਗ ਨਹੀਂ ਕਰਦੇ, ਉਹ ਨੇੜੇ ਆਉਂਦੇ ਹੀ ਨਹੀਂ। ਆਉਂਦੇ ਨੇ ਜੀ, ਆਉਂਦੇ ਵੀ ਹਨ, ਸੇਵਾ ਲਈ ਆਉਂਦੇ ਨੇ। ਫਿਰ ਕਈ ਵਾਰੀ ਫਿਰ ਨੌਕਰ ਬਣ ਕੇ ਆ ਜਾਂਦੇ, ਕਹਿੰਦੇ ਦੱਸੋ ਜੀ ਮਹਾਂਪੁਰਸ਼ੋਂ ਕੀ ਕਰੀਏ, ਤੁਹਾਡੇ ਚਰਨ ਘੁੱਟੀਏ। ਆਓ ਬੈਠ ਆਦਰ ਸੁਭ ਦੇਉ, ਰੇ ਰੇ ਦਰਗਹਿ ਕਹਿ ਨ ਕਹੂ। ਗੌੜੀ 52 ਅੱਖਰੀ ਗੁਰੂ ਅਰਜਨ ਦੇਵ ਮਹਾਰਾਜ। ਰੇ ਰੇ, ਉਥੇ ਰੇ ਰੇ ਨਹੀਂ ਕਹਿੰਦੇ ਇੱਧਰ ਆਓ ਇੱਧਰ ਆਓ, ਨਾ, ਆਓ ਜੀ ਬੈਠੋ ਜੀ, ਸਤਿਕਾਰ ਦਿੰਦੇ ਹਨ। ਇਸ ਕਰਕੇ ਉਹ ਤੰਗ ਨਹੀਂ ਕਰਦੇ। ਨਿਰਮਲ ਨਾਮ ਹਿਰਦੈ ਹਰ ਸੋਹੇ। ਜਿਹਦੇ ਹਿਰਦੇ ਵਿੱਚ ਨਿਰਮਲ ਨਾਮ, ਵਾਹਿਗੁਰੂ ਦਾ ਨਿਰਮਲ ਨਾਮ, ਇਸ ਵਿੱਚ ਕੋਈ ਮੈਲ ਨਹੀਂ ਹੈ। ਬੰਦੇ ਦੇ ਨਾਮ ਵਿੱਚ ਮੈਲ ਹੁੰਦੀ ਹੈ। ਹਉਮੈ ਨਾ, ਕਹਿੰਦੇ ਮੇਰਾ ਨਾਮ ਚੱਲਦਾ ਹੈ, ਹਉਮੈ ਚੱਲਦੀ ਹੈ। ਰੱਬ ਦਾ ਨਾਮ ਨਿਰਮਲ ਹੈ। ਨਿਰਮਲ ਨਾਮ ਜਿਹਦੇ ਹਿਰਦੇ ਵਿੱਚ ਆ ਗਿਆ ਖਾਲਸਾ ਜੀਓ, ਹਿਰਦੈ ਹਰ ਸੋਹੇ, ਤੇ ਉਹਦਾ ਹਿਰਦਾ ਵੀ ਸੋਭਨੀਕ ਬਣ ਜਾਂਦਾ ਹੈ। ਸ਼ਬਦ ਵਿਚਾਰ ਭੈ ਨਿਰੰਕਾਰੀ। ਗੁਰੂ ਪਾਤਸ਼ਾਹ ਕਹਿੰਦੇ ਜੋਗੀ ਜੀ ਅਸੀਂ ਤਾਂ ਨਿਰੰਕਾਰੀ ਹਾਂ। ਨਿਰੰਕਾਰੀ ਬਾਰੇ ਇੱਕ ਸੌਖੀ ਜੀ ਮਿਸਾਲ, ਗੁਰੂ ਨਾਨਕ ਪਾਤਸ਼ਾਹ ਦਾ ਨਾਮ ਸੀ ਨਿਰੰਕਾਰੀ। ਅੱਜ ਕੱਲ੍ਹ ਨਿਰੰਕਾਰੀ ਹੋਰ ਬਣ ਗਏ, ਉਹਨਾਂ ਸਮਝ ਲੈਣਾ, ਉਹ ਬੜੇ ਬਣ ਗਏ ਅੱਜ ਕੱਲ੍ਹ, ਉਹ ਨਹੀਂ ਮੈਂ ਕਹਿ ਰਿਹਾ। ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ। ਇੱਕ ਜੋਗੀ ਕਹਿਣ ਲੱਗਾ ਜੀ ਤੁਸੀਂ ਨਾਨਕ ਨਿਰੰਕਾਰੀ ਖਵਾਉਂਦੇ ਹੋ, ਕੀ ਮਤਲਬ ਹੈ ਇਹਦਾ, ਦਿਖਾਓ। ਪਾਤਸ਼ਾਹ ਕਹਿੰਦੇ ਚਲੋ ਭਲਾ ਦਿਖਾ ਦਿੰਦੇ ਆ। ਮਹਾਰਾਜ ਉੱਠ ਗਏ, ਕਹਿੰਦੇ ਸਾਡੇ ਲੱਕ ਤੇ ਨਾ ਕਮਰ ਕੱਸਾ ਬੰਨ੍ਹੋ। ਜੋਗੀ ਜੀ ਬੰਨੋ ਕਮਰ ਕੱਸਾ। ਕਹਿੰਦੇ ਕੱਪੜਾ ਜਿਹਾ ਹੁੰਦਾ 2-2.5 ਗਜ ਦਾ, ਲੱਕ ਨੂੰ ਪੂਰਾ ਤਿਆਰ ਕਰਨ ਲਈ। ਜੋਗੀ ਜੀ ਨੇ ਬੰਨਣਾ ਸ਼ੁਰੂ ਕੀਤਾ। ਉਹ ਬੰਨਿਆ ਨਾ ਜਾਵੇ, ਪੇੜ ਨੂੰ ਜਿਵੇਂ ਕਹਿ ਲਓ ਆਰ ਪਾਰ ਦਿਖੇ ਹੀ ਨਾ ਕੁਛ। ਕਹਿੰਦੇ ਤੁਹਾਡਾ ਲੱਕ ਤਾਂ ਹੈ ਹੀ ਕੋਈ ਨਹੀਂ ਜੀ। ਪਾਤਸ਼ਾਹ ਕਹਿੰਦੇ ਦੇਖੋ ਤਾਂ ਸਹੀ, ਲੱਕ ਦਿਖ ਰਿਹਾ ਹੈ ਸਰੀਰ। ਮਹਾਰਾਜ ਪਤਲੇ ਜੇ ਬਹੁਤੇ ਮੋਟੇ ਨਹੀਂ ਸਨ। ਅੱਖੋ ਸਤਨਾਮ। ਕਿਉਂ?
ਬਹੁਤਾ ਚੱਲਣ ਵਾਲਾ ਬੰਦਾ ਪਤਲਾ ਹੁੰਦਾ ਹੈ। ਪਾਤਸ਼ਾਹ ਕਿਤਨੇ ਸਫ਼ਰ ਕੀਤਾ ਮਹਾਰਾਜ ਜੀ ਨੇ, ਕਿਤਨਾ ਸੈਰ ਸਪਾਟਾ, ਸਾਰੀ ਦੁਨੀਆ ਦਾ ਭ੍ਰਮਣ ਕੀਤਾ ਤੇ ਪਤਲਾ ਹੀ ਹੈ ਪਾਤਸ਼ਾਹ। ਕਹਿੰਦੇ ਤੁਸੀਂ ਹੈ ਤਾਂ ਪਤਲੇ ਹੋ, ਪਰ ਪਤਲੇ ਦੀ ਵੀ ਕੋਈ ਸੀਮਾ ਹੁੰਦੀ ਹੈ। ਤੁਹਾਡਾ ਲੱਕ ਤਾਂ ਬਿਲਕੁਲ ਨਜ਼ਰ ਵੀ ਨਹੀਂ ਆ ਰਿਹਾ। ਪਾਤਸ਼ਾਹ ਕਹਿੰਦੇ ਇਹੀ ਤਾਂ ਨਿਰੰਕਾਰੀ ਹੈ, ਜਿਹਦਾ ਕੋਈ ਆਕਾਰ ਨਾ ਨਜ਼ਰ ਆਵੇ। ਸਰੀਰ ਦਾ ਆਕਾਰ ਹੈ, ਰੱਬ ਦਾ ਕੋਈ ਆਕਾਰ ਨਹੀਂ। ਇਹ ਹੈ ਨਾਨਕ ਨਿਰੰਕਾਰੀ। ਸ਼ਬਦ ਦੀ ਵਿਚਾਰ ਕਰਕੇ ਭਾਈ ਉਹ ਰੱਬ ਦੇ ਪਿਆਰੇ ਸ਼ਬਦ ਵਿੱਚ ਸਮਾ ਗਏ। ਭਏ, ਭਏ ਦਾ ਅਰਥ ਹੈ ਹੋ ਗਏ। ਨਿਰੰਕਾਰੀ ਉਹ ਰੱਬ ਹੀ ਬਣ ਗਏ। ਗੁਰਮਤਿ ਜਾਗੇ ਦੁਰਮਤਿ ਪ੍ਰਹਾਰੇ। ਉਹਨਾਂ ਦੇ ਹਿਰਦੇ ਵਿੱਚ ਗੁਰੂ ਦੀ ਮੱਤ ਜਾਗਦੀ ਹੈ। ਗੁਰਮਤਿ, ਗੁਰੂ ਦੀ ਮੱਤ ਲੈ ਕੇ ਉਹ ਜਾਗ ਗਏ। ਹੁਣ ਐਵੇਂ ਤੁਸੀਂ ਕਹੋਗੇ ਮੈਂ ਜਾਗਦਾ ਜੀ, ਸਾਰੇ ਜਾਗਦੇ ਨੇ। ਨਹੀਂ, ਇਸ ਵੇਲੇ ਦੁਨੀਆ ਜਾਗ ਕੇ ਆਪਣੇ ਕੰਮਾਂ ਕਾਰਜਾਂ ਤੇ ਲੱਗ ਰਹੀ ਹੈ। ਇੰਡੀਆ ਵਾਲੇ ਬਾਹਰ ਤੱਕ ਇਸ ਟਾਈਮ ਸੌਣ ਦੀ ਤਿਆਰੀ ਕਰਦੇ ਹੋਣੇ। ਉਹ ਜਿਹੜੇ ਸੌਣ ਦੀ ਤਿਆਰੀ ਕਰਦੇ ਉਹ ਵੀ ਸੁੱਤੇ ਪਏ, ਅਸੀਂ ਜਾਗਦੇ ਵੀ ਸੁੱਤੇ ਪਏ। ਕੋਈ ਵਿਰਲਾ ਹੀ ਜਾਗਦਾ ਹੋਵੇਗਾ। ਕਿਹੜਾ? ਗੁਰਮੁਖ ਪਿਆਰੇ ਜਾਗਦੇ ਹਨ। ਗੁਰਮੁਖ ਜੋਗੀ ਜਾਗਦੇ, ਗੁਰਮੁਖ ਜੋਗੀ ਜਾਗਦੇ। ਗੁਰਮੁਖ ਜੋਗੀ ਜਾਗਦੇ, ਗੁਰਮੁਖ ਜੋਗੀ ਜਾਗਦੇ। ਉਹ ਜਿਹੜੇ ਜੁੜੇ ਹੋਏ ਰੱਬ ਦੇ ਪਿਆਰੇ ਉਹ ਜੋਗੀ ਹਨ, ਉਹ ਜਾਗਦੇ ਹਨ। ਗੁਰਮਤ ਜਾਗੀ। ਹੁੰਦੇ ਤੇ ਕਿਤਨੇ ਡੂੰਘੇ ਭਾਵ ਦੇ। ਇੱਕੋ ਅੱਧੀ ਪੰਕਤੀ ਹੈ ਗੁਰਮਤ। ਗੁਰੂ ਦੀ ਮੱਤ ਲੈ ਕੇ ਉਹਨਾਂ ਦੀ ਸੁਰਤੀ ਜਾਗ ਗਈ। ਦੂਜਾ ਭਾਵ ਉਹਨਾਂ ਦੇ ਹਿਰਦੇ ਵਿੱਚੋਂ ਗੁਰਮਤ ਪ੍ਰਗਟ ਹੋ ਗਈ। ਗੁਰੂ ਨੇ ਉਹਨਾਂ ਦੀ ਸੁਰਤੀ ਜਗਾ ਛੱਡੀ। ਸ਼ਬਦ ਰਾਹੀਂ ਆਪਣੇ ਸਰੂਪ ਵਿੱਚ ਉਹ ਜਾਗਰਤ ਅਵਸਥਾ ਵਿੱਚ ਆ ਗਏ। ਗੁਰਮਤ ਜਾਗੇ, ਉਹ ਜਾਗ ਗਏ ਭਾਈ। ਦੁਰਮਤ ਪਰਹਾਰੀ, ਦੁਰਮਤ ਪਰਹਾਰੀ ਕਹਿੰਦੇ ਪਰੇ ਕਰਤੇ ਉਹਨਾਂ ਨੇ। ਜਿਹੜੀ ਭੈੜੀ ਮੱਤ ਹੈ ਨਾ, ਬੰਦੇ 'ਚ ਆਉਂਦੇ ਖਿਆਲ, ਖਿਆਲ ਆਉਂਦੇ ਹਨ, ਪਰ ਇਹਨੂੰ ਰੋਕਣਾ ਬੜਾ ਔਖਾ ਹੈ। ਖਾਲਸਾ ਜੀ ਧਿਆਨ ਰੱਖਣਾ। ਇਕੱਲ ਦਾ ਅਰਥ ਹੈ ਇਕੱਲਾ ਬੰਦਾ ਬੈਠਾ ਹੈ। ਬਹੁਤੇ ਜਿਹੜੇ ਭੈੜੇ ਖਿਆਲ ਇਕੱਲ ਵਿੱਚ ਹੀ ਆਉਂਦੇ। ਹਾਂ, ਜਦੋਂ ਜਾਗ ਜਾਵੇ ਉਦੋਂ ਸੁਰਤੀ ਵੀ ਫਿਰ ਇਕੱਲ ਵਿੱਚ ਲੱਗਦੀ ਹੈ। ਇਕਾਂਤ ਵਿੱਚ ਬੈਠ ਕੇ ਇਕੱਲਾ ਬੰਦਾ ਬੈਠਾ ਹੈ ਤੇ ਬੰਦਾ ਭੈੜੇ ਕੰਮ ਕਰਦਾ, ਸੋਚਦਾ ਕਿੱਥੇ ਕਿੱਥੇ ਜਾਂਦਾ, ਘੁੰਮਦਾ ਕਿ ਮੈਨੂੰ ਕੋਈ ਵੇਖਣ ਵਾਲਾ ਨਹੀਂ, ਜੋ ਮਰਜ਼ੀ ਕਰ ਲਵਾਂ। ਤੇ ਜਦੋਂ ਸੁਰਤੀ ਜਾਗਦੀ ਹੈ, ਫਿਰ ਜਦੋਂ ਆਨੰਦ ਆਉਂਦਾ ਹੈ, ਫਿਰ ਵੀ ਇਕੱਲ ਵਿੱਚ ਹੀ ਹੁੰਦਾ ਹੈ। ਉਹ ਧੰਨ ਹਨ ਗੁਰੂ ਕੇ ਪਿਆਰੇ, ਜਿਹੜੇ ਗੁਰੂ ਦੀ ਮੱਤ ਲੈ ਕੇ ਜਾਗ ਗਏ ਤੇ ਜਿਨ੍ਹਾਂ ਨੇ ਦੁਰਮਤ ਨੂੰ ਪਰੇ ਕਰ ਦਿੱਤਾ। ਅਨ ਦਿਨ ਜਾਗ ਰਹੇ ਲਿਵ ਲਾਈ। ਉਹ ਰੱਬ ਦੇ ਪਿਆਰੇ ਦਿਨ ਰਾਤ ਜਾਗਦੇ ਹਨ। ਅਨ ਦਿਨ, ਅਨ ਰਾਤ, ਦਿਨ ਦਿਨ ਜਾਗ ਰਹੇ। ਹੁਣ ਦੇਖੋ 8 ਪਹਿਰ ਲਗਾਤਾਰ ਜਾਗਣਾ, ਬੰਦਾ ਪਾਗਲ ਹੋ ਜਾਂਦਾ ਹੈ। ਜਿਤਨੇ ਪਾਗਲ ਹੋਏ ਨਾ ਦੁਨੀਆ ਵਿੱਚ, ਇਹਨਾਂ ਦੇ ਕਾਰਨ ਹਨ। ਜਿਨ੍ਹਾਂ ਨੇ ਕਿਸੇ ਇੱਕ ਗੱਲ ਤੇ ਸਟ੍ਰੈਸ ਪਾ ਲਿਆ, ਉਹ ਬੰਦਾ ਪਾਗਲ ਹੋ ਜਾਂਦਾ ਹੈ। ਪਾਗਲ ਦਾ ਮਤਲਬ ਕੀ ਹੈ? ਜਿਨ੍ਹਾਂ ਨੇ ਕਿਸੇ ਇੱਕ ਗੱਲ ਨੂੰ ਪਕੜ ਲਿਆ ਨਾ, ਉੱਥੇ ਟਿਕ ਗਏ, ਉਹ ਪਾਗਲ ਹੈ। ਮੈਂਟਲ। ਤੇ ਜਿਨ੍ਹਾਂ ਖਾਲਸਾ ਜੀ ਮਨ ਮੁਖਾਂ ਨੂੰ ਵੀ ਪਾਗਲ ਕਹਿੰਦੇ, ਉਹ ਪਾਗਲ ਹਨ। ਜਦੋਂ ਗੁਰਮੁਖ ਉੱਚੀ ਅਵਸਥਾ 'ਚ ਪਹੁੰਚ ਜਾਣ, ਉਦੋਂ ਦੁਨੀਆ ਵਾਲੇ ਉਹਨਾਂ ਨੂੰ ਪਾਗਲ ਕਹਿੰਦੇ। ਇਹ ਤਾਂ ਮਸਤਾਨਾ ਹੋ ਗਿਆ ਜੀ। ਮਸਤਾਨਾ ਨਹੀਂ, ਉਹਨਾਂ ਨੇ ਕਿਸੇ ਗੱਲ ਨੂੰ ਪਾ ਲਿਆ ਹੈ। ਪਾਗਲ। ਕਿਸੇ ਰੂਹਾਨੀ ਅਵਸਥਾ ਨੂੰ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਉਹਨੂੰ ਵੀ ਕਹਿੰਦੇ ਪਾਗਲ। ਪਰ ਦੁਨੀਆ ਨਹੀਂ ਸਮਝ ਸਕਦੀ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਗੱਲਾਂ ਹੀ ਫਿਰ ਉੱਚੀਆਂ ਹੋ ਜਾਂਦੀਆਂ। ਪਾਤਸ਼ਾਹ ਕਹਿੰਦੇ ਐਸੇ ਗੁਰਮੁਖ ਦਿਨ ਰਾਤ
ਜਾਗਦੇ ਹਨ। ਵਾਹਿਗੁਰੂ 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 ਵਾਹਿਗੁਰੂ। ਅਨ ਦਿਨ ਜਾਗ ਰਹੇ। ਕਿਵੇਂ ਜਾਗਦੇ? ਲਿਵ ਲਾਈ। ਸੁੱਤੇ ਵੀ ਲਿਵ ਲੱਗੀ ਰਹਿੰਦੀ ਉਹਨਾਂ ਦੀ। ਕਈ ਗੁਰਮੁਖ ਜਦੋਂ ਪਾਸਾ ਪਲਟਦੇ ਨਾ, ਉਦੋਂ ਵੀ ਬਾਣੀ, ਉਦੋਂ ਵੀ ਨਾਮ ਚੱਲਦਾ ਉਹਨਾਂ ਦਾ। ਇਹ ਹੈ ਲਿਵ ਲਾਈ। ਸੁੱਤਿਆਂ ਵੀ ਲਿਵ, ਖਾਂਦਿਆਂ ਵੀ ਲਿਵ, ਬੋਲਦਿਆਂ ਵੀ ਸੁਰਤੀ ਜੁੜੀ ਰਹਿੰਦੀ ਉਹਨਾਂ ਦੀ। ਐਸੇ ਹਨ ਗੁਰਮੁਖ ਪਿਆਰੇ। ਜੀਵਨ ਮੁਕਤ ਗਤ ਅੰਤਰ ਪਾਈ। ਉਹਨਾਂ ਨੇ ਜੀਵਨ ਮੁਕਤ ਦੀ ਅਵਸਥਾ ਅੰਦਰ ਪਾ ਲਈ। ਕਈ ਤਾਂ ਕਹਿੰਦੇ ਮਰਨ ਤੋਂ ਬਾਅਦ। ਹੁਣ ਇੱਥੇ ਅੰਤਰ ਦਾ ਅਰਥ ਕੀ ਹੈ? ਅੰਦਰ ਜੀਂਦੇ ਜੀ ਅੰਦਰੋਂ ਮੁਕਤ ਹਨ। ਉਹ ਬੋਲਦੇ ਵੀ ਹਨ, ਨਿਰਲੇਪ, ਅੰਦਰ ਮੁਕਤ ਹਨ। ਖਾਂਦੇ ਵੀ ਹਨ, ਅੰਦਰ ਨਿਰਲੇਪ। ਜੀਵਨ ਮੁਕਤ ਗਤ। ਦੇਖੋ, ਗਤ ਸ਼ਬਦ ਵੀ ਮੁਕਤੀ ਹੈ ਤੇ ਮੁਕਤ ਵੀ ਮੁਕਤੀ ਹੈ। ਦੋਵੇਂ ਸ਼ਬਦ ਅਰਥ ਇੱਕੋ ਹੀ ਹਨ। ਉਹਨਾਂ ਗੁਰਮੁਖਾਂ ਨੇ ਜੀਵਨ ਮੁਕਤ ਦੀ ਅਵਸਥਾ ਆਪਣੇ ਹਿਰਦੇ 'ਚ ਪ੍ਰਾਪਤ ਕਰ ਲਈ। ਭਾਵ ਅੰਦਰੋਂ ਉਹ ਨਿਰਲੇਪ ਹਨ। ਅਲਿਪਤ ਗੁਫਾ ਮੈਂ ਰਹਿ ਨਿਰਾਰੇ। ਜਿਹੜੇ ਅੰਦਰੋਂ ਅਲਿਪਤ ਹਨ, ਨਿਰਲੇਪ ਹਨ। ਸਮਝ ਲਓ ਬਿਲਡਿੰਗ ਹੈ। ਇਹ ਬਿਲਡਿੰਗ ਕੀ ਹੈ? ਸਰੀਰ ਰੂਪੀ ਗੁਫਾ ਹੈ। ਇਸ ਵਿੱਚ ਜਿਹੜਾ ਨਿਰਲੇਪ ਰਹੇਗਾ ਨਾ, ਕਿ ਨਹੀਂ ਬਿਲਡਿੰਗ ਮੇਰਾ ਸਰੂਪ ਨਹੀਂ, ਮੈਂ ਇਸ ਤੋਂ ਵੱਖਰਾ ਹਾਂ, ਇਹ ਬਿਲਡਿੰਗ ਨਾਲ ਮੇਰਾ ਕੋਈ ਸੰਬੰਧ ਨਹੀਂ, ਕੋਈ ਮੇਰੀ ਆਪਣੀ ਨਹੀਂ, ਜਾਇਦਾਦ ਪ੍ਰਾਪਰਟੀ ਬਗਾਨੀ ਹੈ, ਰੱਬ ਦੀ ਹੈ। ਇਸ ਤਰ੍ਹਾਂ ਨਿਰਲੇਪ ਦੀ ਅਵਸਥਾ ਹੈ। ਸਾਡਾ ਮਨ ਕੀ ਹੈ? ਵੀ ਸਰੀਰ ਮੇਰਾ ਹੈ ਜੀ, ਮੈਂ ਸਰੀਰ ਵਿੱਚ ਬੈਠਾ, ਆਪਣੇ ਘਰ 'ਚ ਬੈਠਾ, ਪਰਿਵਾਰ ਮੇਰੇ, ਕੱਪੜੇ ਮੇਰੇ। ਕੱਪੜੇ ਦਾ ਮੋਹ ਨਹੀਂ ਬੰਦੇ ਨੂੰ ਛੱਡਦਾ, ਅੱਗੇ ਤਾਂ ਛੱਡੋ ਪਰੇ। ਸਭ ਨੂੰ ਛੱਡ ਕੇ ਅਲਿਪਤ ਗੁਫਾ ਮੈਂ ਹੈ। ਅੰਦਰ ਜਿਹੜੀ ਲਿਪਤ, ਜਿਸ ਵਿੱਚ ਕੁਝ ਵੀ ਨਾ ਆਪਣਾ ਹੋਵੇ, ਕੇਵਲ ਵਾਹਿਗੁਰੂ 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 ਵਾਹਿਗੁਰੂ। ਇੱਕ ਟੱਕ ਸੁਰਤੀ ਜੁੜੀ ਰਵੇ। ਰਹਿ ਨਿਰਾਰੇ, ਸਭ ਤੋਂ ਬਿਨਾਂ ਆਸਰੇ ਤੋਂ ਨਿਰਲੇਪ ਰਹਿੰਦੇ ਹਨ ਗੁਰੂ ਕੇ ਪਿਆਰੇ। ਤਸਕਰ ਪੰਚ ਸ਼ਬਦ ਸੰਘਾਰੇ। ਜਿਹੜੇ ਅੰਦਰ ਚੋਰ ਹਨ ਨਾ, ਤਸਕਰ, ਪੰਜ ਚੋਰ, ਉਹਨੂੰ ਸ਼ਬਦ ਦੁਆਰਾ ਉਹ ਮਾਰ ਦਿੰਦੇ। ਖਾਲਸਾ ਜੀ, ਕਮਾਲ ਹੈ ਉਹਨਾਂ ਦੀ ਅਵਸਥਾ। ਹੁਣ ਇਹ ਅਵਸਥਾ ਹੈ ਜੀਵਨ ਮੁਕਤ ਵਾਲੀ। ਬਸ ਇੱਕ ਇੱਕ ਚੋਰ ਨਹੀਂ ਸਾਨੂੰ ਛੱਡਦਾ ਅੰਦਰ। ਸਾਰੀ ਉਮਰ ਬੰਦੇ ਨੂੰ ਕਾਮ ਕ੍ਰੋਧ ਨਹੀਂ ਛੱਡਦੇ। ਜਿਹਨੂੰ ਛੱਡ ਗਏ, ਪਰੇ ਹਟ ਗਏ, ਉਹ ਜੀਵਨ ਮੁਕਤ ਹੈ। ਤਸਕਰ ਪੰਜ ਜਿਹੜੇ ਚੋਰ ਹਨ, ਸ਼ਬਦ ਦੁਆਰਾ ਉਹਨਾਂ ਨੇ ਇਹਨਾਂ ਨੂੰ ਮਾਰ ਛੱਡਿਆ। ਪਰ ਘਰ ਜਾਏ ਨਾ ਮਨ ਡੁਲਾਏ। ਉਹ ਪਰਾਏ ਘਰ ਨਹੀਂ ਜਾਉਂਦੇ। ਆਖੋ ਸਤਨਾਮ। ਜੋਗੀ ਹਰ ਥਾਂ ਤੇ ਮੰਗਦੇ ਪਰਾਏ ਘਰ ਜਾ ਕੇ, ਉੱਥੇ ਮਨ ਡੋਲਦਾ ਹੈ ਭਾਈ। ਬਹੁਤਾਤ ਸਾਧੂ ਦਾ ਜਿਹੜੇ ਚੰਗੇ ਨਹੀਂ, ਦੂਜੇ ਹਨ, ਚੰਗੇ ਤਾਂ ਜੁੜੇ ਰਹਿੰਦੇ, ਉਹ ਮੰਗਣ ਵੀ ਨਹੀਂ ਜਾਂਦੇ। ਧਿਆਨ ਰੱਖਣਾ, ਜਿਹੜਾ ਚੰਗਾ ਸਾਧੂ ਕਦੀ ਮੰਗਣ ਨਹੀਂ ਜਾਵੇਗਾ, ਬਸ ਉਹਦੀ ਨਿਸ਼ਾਨੀ ਹੈ। ਜਿਹੜਾ ਮੰਗਣ ਆ ਰਿਹਾ ਨਾ, ਉਹ ਸਾਧੂ ਨਹੀਂ। ਦੂਜੀ ਗੱਲ, ਕਿਸੇ ਥਾਂ ਤੇ ਮੰਗਣ ਜਾ ਰਿਹਾ, ਉੱਥੇ ਪਰਾਇਆ ਰੂਪ ਵੇਖ ਕੇ ਡੋਲ ਗਿਆ ਮਨ। ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖਾਂ ਦਾ ਨਹੀਂ ਮਨ ਡੋਲਦਾ ਜਿਹੜੇ ਜੁੜੇ ਹੋਏ ਹਨ। ਤਸਕਰ ਪੰਜ ਸ਼ਬਦ ਸੰਘਾਰੇ। ਪਰ ਕਰ ਜਾਏ, ਪਰਾਏ ਘਰ ਜਾ ਕੇ ਨਾ ਨਹੀਂ ਡੋਲਦਾ, ਮਨ ਡੋਲਾਏ। ਉਹ ਮਨ ਨੂੰ ਨਹੀਂ ਡੁਲਾਉਂਦੇ, ਡਾਵਾਂ ਡੋਲ ਨਹੀਂ ਕਰਦੇ, ਉਹ ਕਾਮ ਕ੍ਰੋਧ ਵਿੱਚ ਨਹੀਂ ਆਉਂਦੇ। ਸਹਿਜ ਨਿਰੰਤਰ ਰੋਹ ਸਮਾਏ। ਸਹਿਜ
ਟਿਕਾ ਦੀ ਅਵਸਥਾ 'ਚ। ਮਿਲ ਗਿਆ ਭਲਾ, ਨਾ ਮਿਲਿਆ ਭਲਾ। ਇਹ ਨਾ ਸਹਿਜ ਜਾ ਰਹੇ ਹਨ, ਕੋਈ ਅੱਖਾਂ ਬੰਦ ਕਰਕੇ ਦੇ ਦੇ, ਛਕ ਲਿਆ। ਉਹ ਛਕਣ ਵੇਲੇ ਵਾਸ਼ਨਾ ਨਾ ਹੋਵੇ ਅੰਦਰ ਕਿ ਵਧੀਆ ਮਿਲ ਰਿਹਾ ਜਾਂ ਐਵੇਂ ਮਿਲ ਰਿਹਾ, ਲੂਣ ਵਾਲਾ ਮਿਰਚ ਵਾਲਾ ਭਲਾ। ਸਹਿਜ ਸਾਰੀ ਵਾਸ਼ਨਾਵਾਂ ਤੋਂ ਉੱਤੇ ਹੋਵੇ, ਉਹਨੂੰ ਕਹਿੰਦੇ ਸਹਿਜ। ਨਿਰੰਤਰ ਇੱਕ ਰਸ ਲਗਾਤਾਰ ਰਹੋ। ਗੁਰੂ ਪਾਤਸ਼ਾਹ ਕਹਿੰਦੇ ਅਸੀਂ ਤਾਂ ਸਮਾਏ ਰਹਿੰਦੇ ਹਾਂ ਇਸ ਤਰ੍ਹਾਂ। ਗੁਰਮੁਖ ਜਾਗ ਰਹੇ ਅਤੂਤਾ। ਅਤੂਤਾ ਤਿਆਗੀ ਬਿਰਤੀ ਵਾਲੇ, ਉਹ ਜੋਗੀ ਜਿਹੜੇ ਗੁਰੂ ਕੇ ਪਿਆਰੇ ਹਨ, ਗੁਰੂ ਦੀ ਸ਼ਰਨ ਪਿਆ ਹਰ ਵੇਲੇ ਜਾਗਦੇ ਹਨ। ਸ਼ਬਦੈ ਰਾਗੀ ਤਤਪੁਰਤਾ। ਜਿਹੜੇ ਖਾਲਸਾ ਜੀਓ ਹਮੇਸ਼ਾ ਬੈਰਾਗ ਦੀ ਅਵਸਥਾ ਵਿੱਚ, ਸਦ ਹਮੇਸ਼ਾ ਬੈਰਾਗ ਦੀ ਅਵਸਥਾ 'ਚ ਰਹਿੰਦੇ ਖਾਲਸਾ ਜੀ। ਤਤ ਪਰੋਤਾ, ਤਤ ਜੋ ਪ੍ਰਮਾਤਮਾ ਉਸ ਵਿੱਚ ਪਰੋਏ ਰਹਿੰਦੇ ਆ। ਉਹਨਾਂ ਦਾ ਮਨ ਜਿਵੇਂ ਕਹਿੰਦੇ ਸੂਈ ਧਾਗੇ 'ਚ ਪਰੋਂਦੇ ਨਾ, ਧਾਗਾ ਸੂਈ ਲੈ ਕੇ ਕੱਪੜਾ ਵਿੱਚ ਸੀਣਾ ਹੈ, ਉਹ ਸਾਰੇ ਸਮਾ ਜਾਂਦੇ ਨਾ। ਹੁਣ ਧਾਗਾ ਵੀ ਤਾਂ ਖਾਲਸਾ ਇੱਕ ਕੱਪੜਾ ਇੱਕੋ ਹੀ ਰੂਪ ਹੈ। ਇਹ ਕੱਪੜਾ ਪਰਨਾ ਜੂਰੀਆ ਬਣਿਆ ਹੋਇਆ, ਸਾਰੇ ਧਾਗੇ ਹੀ ਹੈ ਨਾ, ਇੱਕੋ ਸਮਾ ਗਏ ਨਾ। ਉਹਨਾਂ ਦਾ ਮਨ ਵੀ ਇਸ ਤਰ੍ਹਾਂ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਸਮਾਇਆ ਹੋਇਆ, ਸੀਤਾ ਹੋਇਆ, ਜੁੜਿਆ ਹੋਇਆ ਰੱਬ ਦੀ ਮਹਿਮਾ ਵਿੱਚ। ਜਗ ਸੂਤਾ ਮਰ ਆਵੇ ਜਾਏ। ਬਾਕੀ ਦੁਨੀਆ ਸੁੱਤੀ ਪਈ ਹੈ। ਇਹ ਮਰਦੀ ਹੈ, ਫਿਰ ਜੰਮਦੀ ਹੈ, ਫਿਰ ਮਰਦੀ ਹੈ, ਆਉਂਦੀ ਜਾਂਦੀ ਹੈ। ਬਿਨ ਗੁਰ ਸ਼ਬਦ ਨਾ ਸੋਝੀ ਪਾਏ। ਬਸ ਮਹਾਰਾਜ ਜੀ ਨੇ ਗੱਲ ਮੁਕਾਤੀ ਭਾਈ, ਬਿਨਾ ਗੁਰੂ ਸ਼ਬਦ ਤੋਂ ਸੋਝੀ ਨਹੀਂ ਮਿਲਣੀ ਕਿਸੇ ਨੂੰ। ਬਿਨਾ ਸਾਧ ਸੰਗਤ ਤੋਂ, ਬਿਨਾ ਗੁਰਬਾਣੀ ਤੋਂ, ਗੁਰੂ ਤੋਂ ਬਿਨਾ ਸਮਝ ਨਹੀਂ ਆਉਣੀ ਭਾਈ। ਜੋ ਮਰਜ਼ੀ ਕਰ ਲੋ, ਜਿਤਨੇ ਮਰਜ਼ੀ ਚਲੀਹੇ ਕੱਟ ਲੋ, ਪੁੱਠੇ ਟਾਂਗੇ ਜਾਓ, ਜੋ ਮਰਜ਼ੀ ਕਰੀ ਜਾਓ, ਬਿਨ ਗੁਰ ਸ਼ਬਦ ਵਾਹਿਗੁਰੂ ਵਾਹਿਗੁਰੂ। ਦੇਖੋ ਇਹ ਸ਼ਬਦ ਹੈ ਨਾ, ਅੰਦਰ ਲੈ ਕੇ ਜਾ ਰਿਹਾ, ਆਪਣੇ ਸਰੂਪ ਦੀ ਸੋਝੀ ਕਰਾਉਂਦਾ ਹੈ। ਇਹ ਸੋਝੀ ਬਿਨਾ ਗੁਰੂ ਸ਼ਬਦ ਤੋਂ ਨਹੀਂ ਆਉਂਦੀ। ਅਨਹਦ ਸ਼ਬਦ ਵਜੈ ਦਿਨ ਰਾਤੀ। ਉਹਨਾਂ ਗੁਰਮੁਖਾਂ ਦੇ ਹਿਰਦੇ 'ਚ ਅਨਹਦ, ਹੱਦ ਕਹਿੰਦੇ ਹੱਦ ਬੰਦੀ, ਲਿਮਟ, ਸੀਮਾ। ਜਿਸ ਸ਼ਬਦ ਦੀ ਸੀਮਾ ਹੈ ਉਹ ਇੱਥੇ 1-2 ਫੁੱਟ 4 ਫੁੱਟ ਤੱਕ ਆਵਾਜ਼ ਆਵੇਗੀ ਨਾ, ਪਰ ਉਹਨਾਂ ਦੇ ਅੰਦਰ ਆਪਣੇ ਆਪ ਹੀ ਪਤਾ ਨਹੀਂ ਕਿਤਨੀ ਦੂਰ ਤੱਕ ਆਵਾਜ਼ੇ ਸੁਣਾਈ ਦਿੰਦੇ ਉਹਨਾਂ ਨੂੰ। ਹੁਣ ਕਈ ਵਾਰੀ ਬਹੁਤਾ ਵੱਡਾ ਸ਼ਬਦ ਸੁਣ ਕੇ ਨਾ ਆਵਾਜ਼ ਤੇਜ਼ ਹੋਵੇ, ਕੰਨ ਬੋਲਾ ਹੋ ਜਾਂਦਾ ਹੈ, ਪਰ ਉਹਨਾਂ ਦੇ ਇਹ ਕੰਨ ਨਹੀਂ ਹੈ। ਉਹ ਅਵਸਥਾ ਵੀ ਐਸੀ ਕਿ ਸਹਿਜ ਸਹਿਜ ਆਵਾਜ਼ ਧੁਨੀ ਅੰਦਰ ਆਈ ਜਾਂਦੀ ਉਹਨਾਂ ਦੇ, ਇੱਕ ਆਪਣੇ ਆਪ ਇੱਕ ਟੱਕ ਜੁੜੇ ਰਹਿੰਦੇ ਹੋ। ਵਾਹਿਗੁਰੂ ਵਾਹਿਗੁਰੂ। ਇੱਥੇ ਰੁਕ ਗਏ ਨਾ, ਇੱਕ ਟਿਕਾ ਜੇ ਨਾ, ਐਸੀ ਟਿਕਾ ਵਾਲੀ ਧੁਨੀ ਉਹਨਾਂ ਦੇ ਅੰਦਰ ਆਪਣੇ ਆਪ ਚਲਦੀ ਰਹਿੰਦੀ ਹੈ। ਧੰਨੋ ਗੁਰੂ ਕੇ ਪਿਆਰੇ ਹਨ ਜਿਨ੍ਹਾਂ ਦੀ ਐਸੀ ਅਵਸਥਾ ਹੈ, ਅਨਹਦ ਸ਼ਬਦ ਆਪਣੇ ਆਪ ਉਹਨਾਂ ਦੇ ਹਿਰਦੇ ਚਲਦਾ ਰਹਿੰਦਾ ਹੈ। ਅਵਗਤ ਕੀ ਗਤ ਗੁਰਮੁਖ ਜਾਤੀ। ਅਵਿਗਤ, ਵਿਗਤ ਹੁੰਦਾ ਵਿਅਕਤੀ, ਸਰੀਰ ਜੋ ਦਿਸਦਾ ਹੈ। ਅ ਨਹੀਂ, ਜੋ ਨਹੀਂ ਦਿਖਦਾ ਉਹਨੂੰ ਕਹਿੰਦੇ ਅਦ੍ਰਿਸ਼। ਅਦ੍ਰਿਸ਼ ਦੀ ਗਤ, ਪ੍ਰਮਾਤਮਾ ਦੀ ਗਤ ਉਹਨਾਂ ਗੁਰਮੁਖਾਂ ਨੇ ਜਾਤੀ ਜਾਣ ਲਈ। ਅਵਗਤ ਕੀ ਗਤ, ਪੋਲਾ ਬੋਲਣਾ, ਅਵਗਤ ਸਿਆਰੀ ਹੈ ਨਾ, ਅਵਿਗਤ। ਐੜਾ ਨਹੀਂ, ਵਿਗਤ। ਵਿਗਤ ਕਹਿੰਦੇ ਵਿਅਕਤੀ, ਜੋ ਦ੍ਰਿਸ਼ ਹੈ। ਜੋ ਦ੍ਰਿਸ਼ ਹੈ ਉਹ ਵਿਅਕਤੀ ਸਾਰੇ ਦਿਖਦੇ ਪਏ, ਜੋ ਨਹੀਂ ਵਿਖਦਾ ਉਹ ਕਾਲ ਪੁਰਖ ਹੈ। ਬਸ ਹੁਣ ਸਭ ਦੇ ਇੰਤੇ ਰੱਬ ਹੈ।
ਦਿਖਦਾ ਕਿਸੇ ਨੂੰ ਨਹੀਂ ਨਾ। ਪਰ ਉਹਨਾਂ ਗੁਰਮੁਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਨਾਮ ਜਪ ਜਪ ਕੇ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਸਾਰੀ ਥਾਵਾਂ ਤੇ ਦੇਖ ਲਿਆ, ਜਾਣ ਲਿਆ। ਤੋ ਜਾਨੀ ਜਾਂ ਸ਼ਬਦ ਪਛਾਨੀ, ਤਾਂ ਜਾਣੀ, ਤਾਂ ਜਾਣੀ ਕਦੋਂ? ਜਾਂ ਜਦੋਂ ਸ਼ਬਦ ਦੀ ਪਛਾਣ ਕਰ ਲਈ ਭਾਈ। ਹੁਣ ਸ਼ਬਦ ਬੁਰਾ ਨਾ ਮੰਨਣਾ, ਸਾਨੂੰ ਜੇ ਸਮਝਦਾ ਸ਼ਬਦ ਹੁੰਦਾ ਕੀ ਹੈ। ਅਸੀਂ ਸਮਝਦੇ ਬਾਣੀ ਹੈ ਜੀ, ਵਾਹਿਗੁਰੂ ਹੈ, ਓਮ ਹੈ, ਓੰਕਾਰ ਹੈ, ਅੱਲਾ ਹੈ। ਕੀ ਹੈ? ਹੁਣ ਸਮਾਂ 4 ਮਿੰਟ ਰਹਿ ਗਏ, ਕਦੀ ਫਿਰ ਇਹਦੇ ਬਾਰੇ ਸ਼ਬਦ ਕੀ ਹੈ। ਸ਼ਬਦ ਬਾਰੇ ਬਹੁਤ ਕਿਤਾਬਾਂ ਚੋਂ ਨਹੀਂ ਗੱਲ ਬਣਦੀ। ਬਿਨਾਂ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਤੋਂ, ਸਾਧ ਸੰਗਤ ਤੋਂ, ਨਾਮ ਰਸ ਤੋਂ ਇਹ ਗੱਲ ਨਹੀਂ ਬਣਨੀ ਖਾਲਸਾ ਜੀ। ਉਹ ਧੰਨ ਗੁਰੂ ਕੇ ਪਿਆਰੇ ਆ। ਜਦੋਂ ਅੰਦਰਲੇ ਸ਼ਬਦ ਨੂੰ ਵਾਹਿਗੁਰੂ ਇਹ ਅੰਦਰ ਲੈ ਕੇ ਜਾ ਰਹੇ ਆ। ਜਿੱਥੇ ਲੈ ਕੇ ਜਾ ਰਹੇ ਨਾ, ਹੈ ਤਾਂ ਸ਼ਬਦ ਹੀ ਹੈ, ਪਰ ਅੰਦਰ ਜਾ ਕੇ ਸ਼ਬਦ ਖਤਮ ਹੋ ਜਾਵੇਗਾ। ਜਿਹਨੂੰ ਕਹਿੰਦੇ ਅਨਾਮ ਆਉਂਦਾ ਨਾ ਜਾਪ ਸਾਹਿਬ ਵਿੱਚ, ਅਨਾਮ ਉੱਥੇ ਹੈ ਸ਼ਬਦ। ਲੈ ਕੇ ਜਾਵੇਗਾ ਇਹੀ ਸ਼ਬਦ, ਪਰ ਉੱਥੇ ਜਦੋਂ ਲੈ ਗਿਆ ਨਾ ਤੇ ਉੱਥੇ ਗੁਰੂ ਕੇ ਪਿਆਰੇ ਅਵਗਤ ਕੀ ਗਤ, ਉਸ ਵਾਹਿਗੁਰੂ ਦੀ ਅਵਸਥਾ ਨੂੰ, ਉਹਦੇ ਸਰੂਪ ਨੂੰ ਜਾਣ ਲੈਂਦੇ ਹਨ। ਏਕੋ ਰਵ ਰਹਿਆ ਨਿਰਬਾਨੀ, ਜਿਸ ਨੂੰ ਕਿਸੇ ਦੀ ਆਦਤ ਹੈ, ਨਿਰਲੇਪ ਵਾਹਿਗੁਰੂ ਉਹ ਇੱਕੋ ਹੀ ਸਾਰੇ ਪਾਸੇ ਰਵਿਆ ਹੋਇਆ ਨਜ਼ਰ ਆਉਂਦਾ ਹੈ। ਸੁਨ ਸੁਮਾਦ ਸਹਿਜ ਮਨ ਰਾਤਾ। ਸੁਨ ਦਾ ਅਰਥ ਹੈ ਜੀਰੋ, ਅੱਖਰੀ ਅਰਥ। ਦੂਜਾ ਜੀਰੋ ਕੀ ਹੁੰਦੀ ਹੈ? ਜੀਰੋ ਵੀ ਤਾਂ ਕੋਈ ਬਿੰਦੀ ਹੈ। ਜਿੱਥੇ ਬੰਦੇ ਦੇ ਫੁਰਨੇ ਖਤਮ ਹੋ ਜਾਣ। ਫੁਰਨਾ ਕੀ ਹੁੰਦਾ ਹੈ? ਹੁਣ ਇੱਕ ਸ਼ਬਦ ਖੋਲਣ ਲਈ ਤਾਂ ਭਾਈ ਟਾਈਮ ਤਾਂ ਲੱਗਦਾ ਹੈ। ਬੰਦੇ ਦਾ ਮਨ ਕਿੱਥੇ ਕਿਤੇ ਘੁੰਮਦਾ ਹੈ। ਦੇਖਦੇ ਆ ਨਾ, ਘੜੀ ਬਿਲਡਿੰਗ ਨਜ਼ਰ ਆ ਰਹੀ ਹੈ, ਮਨ ਘੁੰਮ ਰਿਹਾ ਨਾ ਸਾਰੇ ਪਾਸੇ। ਇਹ ਸਾਰੇ ਪਾਸੇ ਮਨ ਦੌੜ ਰਿਹਾ, ਬੰਦੇ ਦੇ ਫੁਰਨੇ ਬਾਹਰ ਜਾ ਰਹੇ ਨੇ। ਉਹ ਮਨ ਇੱਕ ਕਈ ਥਾਵਾਂ ਤੇ ਖਿੰਡਿਆ ਜਾ ਰਿਹਾ ਹੈ। ਇਹ ਸਾਰੇ ਫੁਰਨੇ, ਬੈਠਾ ਬੈਠਾ ਬੰਦਾ ਅੱਖਾਂ ਬੰਦ ਕਰਕੇ ਸੋਚਦਾ ਰਹਿੰਦਾ ਹੈ, ਫੁਰਨੇ ਹਨ। ਉਸ ਨੂੰ ਜਿਹਨੇ ਰੋਕ ਲਿਆ ਗੁਰੂ ਦੀ ਕਿਰਪਾ ਸਦਕਾ, ਉਹਨੂੰ ਕਹਿੰਦੇ ਸੁੰਨ, ਰੁਕ ਗਿਆ, ਖਤਮ। ਸਮਾਧ, ਜਿੱਥੇ ਅਫੁਰ ਸਮਾਧੀ ਹੈ ਖਾਲਸਾ ਜੀਓ, ਐਸੇ ਗੁਰੂ ਕੇ ਪਿਆਰੇ ਸੁੰਨ ਸਮਾਧੀ ਵਿੱਚ ਪਹੁੰਚ ਜਾਂਦੇ ਹਨ। ਇਹ ਪੰਕਤੀ ਦੁਬਾਰਾ ਪੜੋ ਜੀ। ਸੁਨ ਸਮਾਦ ਸਹਿਜ ਮਨ ਰਾਤਾ। ਉਹ ਗੁਰੂ ਕੇ ਪਿਆਰੇ ਸੁਨ ਸਮਾਧੀ ਚ ਸਹਿਜ ਹੈ, ਪਰਮਾਤਮਾ ਹੈ। ਪਰਮਾਤਮਾ ਦੇ ਵਿੱਚ ਉਹਨਾਂ ਦਾ ਮਨ ਰਤਿਆ ਰਹਿੰਦਾ ਹੈ। ਤਜ ਹੋ ਲੋਭਾ ਏਕੋ ਜਾਤਾ। ਤਜ ਛੱਡ ਕੇ, ਹਉ ਹਉਮੈ ਤੇ ਲੋਭ, ਲੋਭ ਤੇ ਹਉਮੈ ਛੱਡ ਕੇ ਉਹ ਇੱਕ ਵਿੱਚ ਹੀ ਰੱਤੇ ਰਹਿੰਦੇ ਹਨ। ਗੁਰ ਚੇਲੇ ਆਪਣਾ ਮਨ ਮੰਨਿਆ। ਤੇ ਹੁਣ ਗੁਰੂ ਤੇ ਚੇਲੇ ਇੱਕ ਹੋ ਗਏ। ਗੁਰੂ ਦਾ ਚੇਲੇ ਨਾਲ ਮਨ ਮੰਨ ਗਿਆ, ਚੇਲੇ ਦਾ ਗੁਰੂ ਨਾਲ ਮਨ ਮੰਨ ਗਿਆ ਦਾ ਅਰਥ ਹੈ ਜੁੜ ਗਿਆ। ਆਮ ਕਹਦੇ ਮਨ ਮੰਨੇ ਤਾਂ ਮੇਲਾ, ਗੁਰੂ ਮੰਨੇ ਤਾਂ ਚੇਲਾ। ਜਿਹਦਾ ਮਨ ਜੁੜ ਗਿਆ, ਹੁਣ ਮੇਲਾ ਬੰਦਾ ਦੁਨੀਆ ਵੇਖ ਰਿਹਾ, ਦੁਨੀਆ ਮੇਲਾ ਹੀ ਹੈ ਨਾ। ਤੇ ਦੁਨੀਆ 'ਚ ਕਿਸੇ ਦਾ ਮਨ ਕਿਸੇ ਨਾਲ ਜੁੜ ਗਿਆ ਤੇ ਕਹਿੰਦੇ ਮੇਲਾ ਵਧੀਆ ਨਜ਼ਰ ਆਉਂਦਾ ਹੈ। ਸੌਖੀ ਜੀ ਗੱਲ। ਇੱਕ ਮਿੰਟ ਰਹਿ ਗਿਆ। ਇੱਕ ਕਵਲਜੀਤ ਸਿੰਘ ਸੀ, 15 ਸਾਲ ਪਹਿਲਾਂ, ਸ਼ਾਇਦ 10 ਸਾਲ ਪਹਿਲਾਂ MA ਪੜ੍ਹੇ। ਕਹਿਣ ਲੱਗ, ਗਿਆਨੀ ਜੀ ਜੇ ਦੁਨੀਆ 'ਚ ਕੋਈ ਬੰਦਾ ਕਿਸੇ ਦਾ ਮਿੱਤਰ ਹੋਵੇ ਨਾ, ਦੁਨੀਆ ਕੀ ਨਜ਼ਰ ਆਵੇਗੀ? ਕੁਛ ਨਹੀਂ, ਜੰਗਲ ਨਜ਼ਰ ਆਵੇ। ਕੋਈ ਕਿਸੇ ਦਾ ਹੋਵੇ ਨਾ, ਰੱਬ ਨੇ ਇਸ ਤਰ੍ਹਾਂ ਮੋਹ ਪਾਇਆ ਕਿ ਦੁਨੀਆ ਮਿੱਠੀ ਲੱਗਦੀ ਹੈ। ਭਾਈ ਤਾਂ ਚੰਗੀ ਲੱਗਦੀ ਹੈ ਨਾ। ਪਾਤਸ਼ਾਹ ਕਹਿੰਦੇ ਇਸ ਨੂੰ ਛੱਡਣਾ ਹੈ, ਬਸ ਰਹਿਣਾ ਦੁਨੀਆ ਵਿੱਚ ਹੀ ਹੈ, ਪਰ ਇਹਦਾ ਮਿੱਠਾ ਮੋਹ ਛੱਡ ਕੇ ਅੰਦਰ ਆਣਾ ਹੈ ਬਸ। ਤਾਂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਹੈ ਉਹਨੂੰ ਜਾਣ ਲੈਂਦੇ,
ਦੋਵਾਂ ਦਾ ਮਨ ਗੁਰੂ ਦਾ ਚੇਲੇ ਦਾ ਮਨ ਭਾਵ ਸ਼ਬਦ ਸੁਰਤ ਦੋਵੇਂ ਇੱਕ ਹੋ ਜਾਂਦੇ ਹਨ। ਨਾਨਕ ਦੂਜਾ ਮੇਟ ਸਮਾਨਿਆ। ਦੂਜਾ ਕਹਿੰਦੇ ਦਵੈਤ, ਦੂਜਾ ਕੋਈ ਹੈ ਹੀ ਨਹੀਂ ਭਾਈ। ਸਰੀਰ ਵੱਖ ਵੱਖ ਬੈਠੇ ਨਾ ਤੇ ਸਭਨਾ ਜੋਤ ਤਾਂ ਇੱਕੋ ਹੀ ਹੈ ਨਾ, ਸਭ ਮੈਂ ਜੋਤ ਜੋਤ ਹੈ ਸੋਏ। ਦੂਜੇ ਨੂੰ ਦਵੈਤ ਨੂੰ ਮੇਟ ਕੇ ਇੱਕ ਨੂੰ ਜਾਣ ਲੈਂਦੇ, ਇੱਕ ਵਿੱਚ ਉਹ ਸਮਾ ਜਾਂਦੇ ਹਨ। ਧੰਨ ਗੁਰੂ ਕੇ ਪਿਆਰੇ ਹਨ। ਕੋਟ ਕੋਟ ਪ੍ਰਣਾਮ ਐਸੇ ਗੁਰਮੁਖਾਂ ਨੂੰ, ਸੰਤ ਮਹਾਤਮਾ ਨੂੰ ਪਾਤਸ਼ਾਹ ਕਿਰਪਾ ਕਰਨ। ਜਿਤਨੀ ਸੁਰਤੀ ਸਭ ਦੀ ਭਾਸ਼ਾ ਇਕਾਗਰ ਕਰੀ ਜਾਣ, ਮਹਾਰਾਜ ਦਾ ਭਲਾ ਹੈ। ਹੋਰ ਇਕਾਗਰ ਕਰਨ, ਟਿਕਾ ਦੇਣ, ਸਭ ਨੂੰ ਆਨੰਦ ਪੈਦਾ ਕਰਨ। ਇਤਨੀਆਂ ਬੇਨਤੀਆਂ ਪ੍ਰਵਾਨ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।